रामदास अर्जुन गुरु बर श्री हरगोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच बेकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। नानकी एक रही और मैं फिर और न की सर ना परमाई। सोदर ईश्वर को अवतार कर नर खेल अपेल सदाई। नानकी एक हरि और मैं फिर। वाहेगुरु जी का खालसा वाहेगुरु जी की फतेह। भगत वत्सल पतित पावन धन धन श्री गुरु नानक देव साहिब जी महाराज। पंथ दे वाले साहिब कमाल अमृत के दाते धन धन श्री गुरु गोबिंद सिंह साहिब जी महाराज। धन धन श्री गुरु ग्रंथ साहिब जी महाराज। सतगुरु जी की साजी नवाजी गुरु रूप गुरु प्यारी साध संगत जीओ। आप वड्डियां भागां वाले वडभागी हो जो श्री गुरु ग्रंथ साहिब महाराज जी के दर्शन करके गुरु अर्जन देव महाराज जी के चरणों में नतमस्तक हो करके गुरु जी दीयां खुशियां प्राप्त कर रहे हो। महाराज जी की कृपा नाल सुंदर दरबार दीवान सजे हैं। तुर की बाणी के जाप आप संगतां ने सरवण कीते हैं। गुरु प्यारी साध संगत जी अज खालसा पंथ दे कौम दे महान जरनैल भाई हरी सिंह नलूआ जी शहीद होए सन। जिन्हां ने कौम दे विच महान जरनैलताई करके खालसे पंथ की चढ़ती कला वास्ते जीवन अपना पूरा बतीत किया लाया ते अपनी शहादत दी अंतले स्वासां तक। जो कि पठान सी दोस्त मुहम्मद खान जिसने सिखां नूं खत्म करन दा नारा चुकिया ते जमरौद का जिहड़ा किला है उत्ते चढ़ाई की हमला कर दिता। इधर महाराजा रंजीत सिंह जी वालों जिहड़े अगवाई करन वास्ते सरदार हरी सिंह नलूआ जी अगे लगे जथे समेत। उधर जिहड़ा जथे की अगवाई करदा सी अकबर खान दोस्त मुहम्मद खान वालों महाराजा रंजीत सिंह वालों
ਸਰਦਾਰ ਮਹਾਂ ਸਿੰਘ ਤੇ ਸਰਦਾਰ ਹਰੀ ਸਿੰਘ ਨਲੂਆ ਜਰਨੈਲ ਸਨ, ਜਿਨ੍ਹਾਂ ਨੇ ਚੜ੍ਹਾਈ ਕੀਤੀ। ਪਿਸ਼ਾਵਰ ਦੇ ਕੋਲ ਜਾ ਕੇ ਸਰੀਰ 'ਚ ਕੁੱਟ ਲਿਆਈ ਆ ਗਈ ਤਾਪ ਦੇ ਕਾਰਨ। ਰਸਤੇ ਵਿੱਚ ਹੀ ਵਿਸ਼ਰਾਮ ਕਰਨਾ ਚਾਹਿਆ, ਪਰ ਫਿਰ ਵੀ ਸਿੱਖੀ ਪੰਥ ਦੀ ਗੱਲ ਹੈ, ਕੌਮ ਦੀ ਗੱਲ ਹੈ, ਪੰਥ ਦੀ ਚੜ੍ਹਦੀ ਕਲਾ ਵਾਸਤੇ ਸਰੀਰ ਨੂੰ ਨਹੀਂ ਵੇਖਿਆ ਅਤੇ ਜੰਗ ਦੇ ਵਿੱਚ ਆਣ ਕੇ ਟਾਕਰਾ ਕੀਤਾ। ਮਹਾਨ ਜਿਹੜੀ ਜੰਗ ਕੀਤੀ ਅਤੇ ਬਹੁਤ ਜਿਹੜੇ ਪਠਾਨ ਖਤਮ ਕੀਤੇ, ਨਾਸ ਕੀਤੇ। 30 ਅਪ੍ਰੈਲ 1837 ਈਸਵੀ ਵਿੱਚ ਸਰਦਾਰ ਹਰੀ ਸਿੰਘ ਨਲੂਆ ਜੀ ਮਹਾਨ ਜਰਨੈਲ ਪੰਥ ਦੇ, ਉਹਨਾਂ ਨੇ ਜਦੋਂ ਅੰਤਲੇ ਸਮੇਂ ਆਪਣੀ ਸ਼ਹੀਦੀ ਦਿੱਤੀ ਅਤੇ ਸਰਦਾਰ ਮਹਾਂ ਸਿੰਘ ਜੀ ਨੂੰ ਇਹ ਕਿਹਾ ਸ਼ਹੀਦੀ ਦੇਣ ਤੋਂ ਪਹਿਲਾਂ ਕਿ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਜੀ ਇੱਥੇ ਪਹੁੰਚ ਨਹੀਂ ਜਾਂਦੇ, ਸਾਡੇ ਸ਼ਹੀਦੀ ਦੀ ਖਬਰ ਨਹੀਂ ਦੇਣੀ ਹੈ। ਅਤੇ ਫਿਰ ਉੱਥੇ 4 ਚੁਫੇਰੇ ਦੀਵਾਰਾਂ ਜਿਹੀਆਂ ਕਰਕੇ ਵਿੱਚ ਸੰਸਕਾਰ ਕੀਤਾ ਸੀ। ਬਹੁਤ ਜਿਨ੍ਹਾਂ ਨੇ ਸਿੱਖ ਕੌਮ ਵਾਸਤੇ ਅੱਗੇ ਹੋ ਕੇ ਲੜਦੇ ਰਹੇ, ਜੋ ਆਪਣੇ ਵਚਨ 'ਤੇ ਸਦਾ ਹੀ ਪੂਰੇ ਸਨ। ਜਦੋਂ ਵੀ ਜਿਹੜੇ ਰਸਤੇ 'ਤੇ ਚੱਲ ਜਾਂਦੇ ਅਟਾਲੀ ਸਦਾ ਰਹਿੰਦੇ ਸੀ। ਮਹਾਰਾਜਾ ਰਣਜੀਤ ਸਿੰਘ ਜੀ ਰਾਜਾ ਭਾਵੇਂ ਸਨ, ਉਹਨਾਂ ਦੀ ਵੀ ਨਹੀਂ ਸੀ ਉਸ ਵਕਤ ਸੁਣਦੇ ਜਦੋਂ ਅਰਦਾਸ ਕਰ ਲੈਂਦੇ ਸੀ। ਫਿਰ ਤੇ ਕਹਿੰਦੇ ਵੀ ਖਾਲਸੇ ਪੰਥ ਦਾ ਹੁਕਮ ਹੈ, ਗੁਰੂ ਜੀ ਦਾ ਹੁਕਮ ਹੈ, ਇਵੇਂ ਹੀ ਹੋਵੇਗਾ। ਅਤੇ ਮਹਾਰਾਜਾ ਰਣਜੀਤ ਸਿੰਘ ਜੀ ਵੀ ਉਹਨਾਂ ਨੂੰ ਬੜਾ ਪ੍ਰੇਮ ਕਰਦੇ ਸੀ, ਉਹਨਾਂ ਦਾ ਹਰ ਬਚਨ ਮੰਨਿਆ ਕਰਦੇ। ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਅੱਜ ਦੇ ਦਿਨ ਸਾਧ ਸੰਗਤ ਦੀ ਸ਼ਹੀਦੀ ਹੋਈ ਹੈ। ਗੁਰੂ ਕੈਸੇ ਮਹਾਨ ਜਰਨੈਲਾਂ ਨੂੰ ਕੋਟਾਨ ਕੋਟ ਬੇਅੰਤ ਬੇਅੰਤ ਪ੍ਰਣਾਮ, ਜਿਨ੍ਹਾਂ ਨੇ ਗੁਰੂ ਜੀ ਦੇ ਬਚਨ ਪੂਰੇ ਕੀਤੇ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਜੋ ਬਚਪਨ ਤੋਂ ਲੈ ਕੇ ਸਿੱਖੀ ਸੰਭਾਲੀ, ਅੰਤਲੇ ਸਵਾਸਾਂ ਤੱਕ ਜੂਝਦਿਆਂ ਹੋਇਆਂ ਗੁਜ਼ਾਰਨਾ ਕੀਤਾ ਆਪਣਾ ਸਮਾਂ। ਅਤੇ ਕੌਮ ਦੇ ਵਿੱਚ ਮਹਾਨ ਜਰਨੈਲ ਸਿੰਘ ਜਦੋਂ ਹੋਏ ਐਸੇ ਪਠਾਨਣੀਆਂ ਅਤੇ ਪਠਾਣਾਂ ਦੇ ਬੱਚਿਆਂ ਵਾਸਤੇ ਇੱਕ ਹਊਆ ਸਨ। ਉਹਨਾਂ ਨੂੰ ਸਮਾਉਣ ਵਾਸਤੇ ਬੱਚਿਆਂ ਨੂੰ ਪਠਾਨਣੀਆਂ ਸਰਦਾਰ ਹਰੀ ਸਿੰਘ ਨਲੂਆ ਦਾ ਨਾਮ ਲਿਆ ਕਰਦੀਆਂ ਸਨ। ਜਿਵੇਂ ਅਸੀਂ ਤਾਂ ਹੁਣ ਕਿ ਬਿੱਲੀ ਆ ਜੂਗੀ, ਬਾਂਦਰ ਆ ਜੂਗਾ, ਪੁੱਤ ਸੌਂ ਜਾ, ਉਹ ਉਸ ਵਕਤ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਨਾਮ ਲੈ ਕੇ ਫਿਰ ਬੱਚਿਆਂ ਨੂੰ ਸਮਾਉਂਦੀਆਂ ਸਨ ਪਠਾਨਣੀਆਂ। ਇਵੇਂ ਮਹਾਨ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਪੰਥ ਵਾਸਤੇ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਗੁਰੂ ਕੇ ਸਿੱਖ ਅੰਦਰਲੇ ਖਾਤਿਆਂ ਵਿੱਚ ਜਿਨ੍ਹਾਂ ਨੂੰ ਪ੍ਰੇਮ ਹੈ, ਉਹ ਇਹਨਾਂ ਦਿਨਾਂ ਨੂੰ ਜਾਣਦੇ ਅਤੇ ਅੰਦਰੇ ਅੰਦਰ ਮਨਾ ਰਹੇ ਹਨ। ਬਾਕੀ ਬਹੁਤਿਆਂ ਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਨਹੀਂ, ਪਰ ਕੌਮ ਦੇ ਵਿੱਚ ਜਿਨ੍ਹਾਂ ਨੇ ਮਹਾਨ ਸ਼ਹਾਦਤਾਂ ਦਿੱਤੀਆਂ, ਉਹਨਾਂ ਦਾ ਅੱਜ ਸਾਨੂੰ ਨਾਮ ਭੁੱਲ ਗਏ ਹੈ। ਕਲਾਕਾਰਾਂ ਦੇ ਨਾਮ, ਬੁੱਚੜ ਜਿਹੜੇ ਵਿਕਾਊ ਲੋਕ, ਉਹਨਾਂ ਦੇ ਨਾਮ ਸਾਨੂੰ ਚੰਗੀ ਤਰ੍ਹਾਂ ਯਾਦ ਹੈ। ਕੌਮ ਦੇ ਵਿੱਚ ਮਹਾਨ ਜਰਨੈਲ ਤਾਂ ਕੋਈ ਰਹਿ ਨਹੀਂ ਗਏ ਹੁਣ ਬਹੁਤੇ। ਗਦਾਰਾਂ ਦੇ ਢੇਰਾਂ ਦੇ ਢੇਰ ਹੀ ਲੱਗੇ ਪਏ, ਜਿਹੜੇ ਗਦਾਰੀਆਂ ਕਰਨ ਵਾਲੇ। ਇੱਕ ਇੱਕ ਨਗਰ 'ਚ ਪਤਾ ਨਹੀਂ ਕਿੰਨੇ ਕਿੰਨੇ ਗਦਾਰ ਬੈਠੇ ਹੈ, ਜਿਹੜੇ ਸਿੱਖ ਪੰਥ ਵਾਸਤੇ ਅਤੇ ਗੁਰੂ ਦੇ ਬਚਨਾਂ 'ਤੇ ਜਿਹੜੇ ਚੱਲਦੇ ਸੀ ਕਿ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋਏ। ਪਿਛਲੇ ਸਿੱਖ ਜਿੰਨੇ ਵੀ ਉਹ ਇਸ ਬਚਨ 'ਤੇ ਪਹਿਰਾ ਦਿੰਦੇ ਰਹੇ, ਇਹ ਬਚਨ 'ਤੇ ਪਹਿਰਾ ਦਿੰਦਿਆਂ ਦਿੰਦਿਆਂ ਹੀ ਦੁਸ਼ਮਣਾਂ ਦੇ ਆਹੂ ਲਾਹੇ, ਧੌਣਾ ਬਾਹਾਂ ਲੱਤਾਂ ਕੱਟੀਆਂ, ਆਪ ਵੀ ਸ਼ਹਾਦਤਾਂ ਦਿੱਤੀਆਂ। ਹੁਣ ਤਾਂ ਬਸ ਸੁੱਖ ਹੀ ਸੁੱਖ ਚਾਹੀਦਾ ਹੈ। ਕੌਮ ਸਾਡੀ ਕੋਈ ਵੀ ਬਣ ਜੇ, ਭਾਵੇਂ ਅਸੀਂ ਕਿਸੇ ਵੀ ਧਰਮ ਵਿੱਚ ਜਾ ਕੇ ਵੜ ਜਾਈਏ, ਮੁੱਕਦੀ ਗੱਲ ਸੁੱਖ ਚਾਹੀਦਾ ਹੈ।
ਰਾਜ ਨੂੰ ਕੀ ਕਰਨਾ ਹੈ। ਸੁੱਖ ਹੋਵੇ ਘਰ ਵਿੱਚ ਖਾਣ ਪੀਣ ਨੂੰ, ਸਿੱਖੀ ਜਿਹੜੀ ਉਹ ਕਿੱਥੇ ਦੀ ਕਿੱਥੇ ਰਹਿ ਗਈ ਹੈ, ਸਾਡੇ ਤੋਂ ਦੂਰ। ਬਾਕੀ ਜੋ ਦਸੋਂ ਪਿਤਾ ਮਹਾਰਾਜ ਨੇ ਬਚਨ ਕੀਤੇ ਹੈ ਵੀ ਰਾਜ ਕਰੇਗਾ ਖਾਲਸਾ, ਜੋ ਗੁਰੂ ਨਾਨਕ ਸਾਹਿਬ ਜੀ ਨੇ ਕੁਤਬਦੀਨ ਨੂੰ ਰੁਕਮਦੀਨ, ਜੋ ਜਿਹਦੇ ਨਾਲ ਗੁਰੂ ਜੀ ਨੇ ਉਚਾਰਨਾ ਕੀਤਾ ਸੀ ਕਰਨੀਨਾਮਾ ਰੁਕਨਦੀਨ ਨਾਲ, ਉਹਨਾਂ ਵਿੱਚ ਜਿਹੜੇ ਬਚਨ ਕਹੇ ਉਹਦੇ ਪੂਰੇ ਹੋਣੇ ਹੋਣੇ ਹੈ। ਭਾਵੇਂ ਕਿ ਕੌਮ ਦੇ ਵਿੱਚ ਗਦਾਰ ਕਿੰਨੇ ਹੈ, ਅੱਜ ਵੀ ਉਹ ਗਦਾਰਾਂ ਨੇ ਗਦਾਰੀ ਕਰਦਿਆਂ ਖਤਮ ਹੋ ਜਾਣਾ ਹੈ। ਗੁਰੂ ਕਾ ਪੰਥ ਕਦੀ ਖਤਮ ਨਹੀਂ ਹੋਣਾ। ਉਸ ਦਿਨ ਵੀ 18ਵੀਂ ਸਦੀ ਦੇ ਵਿੱਚ ਵੀ ਇਹੀ ਬੀੜਾ ਚੁੱਕਿਆ ਸੀ ਵੀ ਜਿਹਦੇ ਸਿਰ 'ਤੇ ਕੇਸ ਅਤੇ ਦਾੜਾ ਦਿਖਦਾ ਹੈ ਉਹਦਾ ਸਿਰ ਵੱਢ ਕੇ ਲਿਆਓ, 80 ਰੁਪਏ ਦੇਵਾਂਗੇ। ਉਦੋਂ 80 ਰੁਪਏ ਚੱਲਦੀ ਸੀ ਅਤੇ ਲੋਕ ਆਪਣੇ ਜਿਹੜੇ ਸਿੱਖ ਭਰਾ ਬਣੇ ਫਿਰਦੇ ਸੀ, ਅੰਦਰਲੇ ਖਾਤੇ ਦਾੜੀਆਂ ਕੇਸ ਰੱਖੇ ਹੋਏ, ਮੂੰਹ ਮੇ ਰਾਮ ਬਗਲ ਮੇ ਛੁਰੀ ਵਾਲੀ ਗੱਲ। ਅਤੇ ਉਹ ਸਿੱਖਾਂ ਭਰਾਵਾਂ ਨੂੰ ਫੜਾ ਕੇ ਨਿਹੰਗ ਸਿੰਘਾਂ ਜਥਿਆਂ ਨੂੰ ਅਤੇ 80 ਰੁਪਏ ਨਾਮ ਲਾਹੌਰ ਦੇ ਵਿੱਚੋਂ ਲੈਂਦੇ ਰਹੇ, 5 ਮੋਹਰਾਂ ਲੈਂਦੇ ਰਹੇ। ਪਰ ਗੁਰੂ ਕੇ ਸਿੱਖ ਉਦੋਂ ਨਾ ਖਤਮ ਹੋਏ ਅਤੇ ਖਤਮ ਹੁਣ ਵੀ ਨਹੀਂ ਹੋਣੇ। ਹੁਣ ਵੀ ਇਨਾਮ ਦਿੱਤੇ ਜਾਂਦੇ ਹੈ। ਜਿਹੜਾ ਕੋਈ ਸਿੱਖਾਂ ਨਾਲ ਚੜੋ ਖਤੀ ਕਰਦਾ, ਸਿੱਖਾਂ ਦੇ ਨਾਲ ਜਿਹੜਾ ਵੈਰ ਵਿਰੋਧ ਕਰਕੇ ਅੰਦਰ ਛੁਰੀਆਂ ਚਲਾਉਂਦਾ, ਉਹਨੂੰ ਲੋਕ ਅਹੁਦੇ ਦਿੱਤੇ ਜਾਂਦੇ। ਹੁਣ ਵੀ ਉਹਨੂੰ ਚੁੱਕਿਆ ਜਾਂਦਾ ਹੈ। ਜੇ ਛੋਟੇ ਅਹੁਦੇ 'ਤੇ ਤਾਂ ਉਹਨੂੰ ਵੱਡਾ ਕੀਤਾ ਜਾਂਦਾ, DSP ਬਣਾਇਆ ਜਾਂਦਾ ਹੈ, ਬਹੁਤ ਕੁਝ ਕੀਤਾ ਜਾਂਦਾ ਹੈ ਵੀ ਤੂੰ ਇੱਕ ਵਾਰ ਢਾਹ ਲਾ ਦੇ ਇਹਨਾਂ ਸਾਰਿਆਂ ਨੂੰ। ਪਰ ਗੁਰੂ ਕਾ ਖਾਲਸਾ ਨਾ ਪਹਿਲਾਂ ਹੀ ਖਤਮ ਹੋਇਆ, ਜਦੋਂ ਦਾ ਪੈਦਾ ਹੋ ਗਿਆ ਹੈ। ਇਹਦੇ ਸਿੱਖੀ ਦਾ ਬੂਟਾ ਜਿਹੜਾ ਕਾਇਮ ਗੁਰੂ ਜੀ ਨੇ ਖੂਨ ਦੇ ਨਾਲ, ਗੁਰੂ ਕੇ ਸਿੱਖਾਂ ਨੇ ਅਤੇ ਗੁਰੂ ਮਹਾਰਾਜ ਜੀ ਨੇ ਸਿੰਚਿਆ ਹੈ। ਜਿਵੇਂ ਰੁੱਖ ਨੂੰ ਪਾਣੀ ਲਾਇਆ ਜਾਂਦਾ ਅਤੇ ਉਹ ਵੱਧਦਾ ਫੁੱਲਦਾ ਹੈ, ਇਸ ਸਿੱਖੀ ਬੂਟੇ ਨੂੰ ਖੂਨ ਰੂਪੀ ਪਾਣੀ ਲੱਗ ਕੇ ਵਧਿਆ ਹੋਇਆ ਹੈ। ਇਹਨੂੰ ਜਿੰਨਾ ਕੱਟਿਆ ਜਾਵੇਗਾ ਇੰਨਾ ਹੀ ਵਧੇਗਾ। ਜਿਵੇਂ ਗੁਲਾਬ ਦੇ ਫੁੱਲ ਦੀਆਂ ਕਲਮਾਂ ਜਿੰਨੀਆਂ ਕੱਟੀਆਂ ਜਾਣ ਓਨਾ ਹੀ ਵੱਧਦਾ ਫੁੱਲਦਾ ਹੈ। ਇਸੇ ਤਰ੍ਹਾਂ ਗੁਰੂ ਕੀ ਸਿੱਖੀ ਦਾ ਜਿਹੜਾ ਬੂਟਾ ਜਿੰਨਾ ਕੋਈ ਕੱਟਣ ਦੀ ਕੋਸ਼ਿਸ਼ ਕਰੇਗਾ, ਇਹ ਦੂਣਾ ਚੌਣਾ ਵਧੇਗਾ। ਇਹਦੇ ਸਮੇਂ ਦੇ ਹਾਲਾਤਾਂ ਨਾਲ ਭਾਵੇਂ ਸ਼ਾਂਤੀ ਹੈ, ਕਈ ਲੋਕ ਕਹਿ ਦਿੰਦੇ ਵੀ ਇਹ ਨਹੀਂ ਖਾਲਸੇ ਦਾ ਰਾਜ ਹੋਣਾ, ਇਹ ਤਾਂ ਵਾਧੂ ਦੀਆਂ ਗੱਲਾਂ ਹੈ। ਪਰ ਗੁਰੂ ਜੀ ਦਾ ਵਚਨ ਅਟੱਲ ਹੈ, ਹੋਣਾ ਦੇ ਜ਼ਰੂਰ ਹੈ। ਅਜੇ 10ਵੇਂ ਪਾਤਸ਼ਾਹ ਗੁਰੂ ਮਹਾਰਾਜ ਸਾਨੂੰ ਦੇਖ ਰਹੇ ਵੀ ਅਸੀਂ ਕੀ ਕਰਦੇ ਹਾਂ। ਜਿਨ੍ਹਾਂ ਬਦਲੇ ਆਪਣੇ ਬੱਚੇ ਸ਼ਹੀਦ ਕਰਾਏ, ਆਪਣੀ ਸ਼ਹੀਦੀ ਦਿੱਤੀ ਤੱਤੀਆਂ ਲੋਹਾਂ ਦੇ ਬਹਿ ਕਰਕੇ, ਆਪਣੇ ਪਿਤਾ ਜੀ ਦਾ ਸੀਸ ਵਾਰਿਆ ਦਿੱਲੀ ਚਾਂਦਨੀ ਚੌਂਕ, ਆਪਣਾ ਆਪ ਕੁਰਬਾਨ ਕੀਤਾ, ਬੱਚੇ ਮਾਤਾ ਪਰਿਵਾਰ ਸਾਰਾ ਜਿਨ੍ਹਾਂ ਸਿੱਖਾਂ ਵਾਸਤੇ ਬਲੀਦਾਨ ਦਿੱਤਾ ਹੈ। ਇਹ ਸਿੱਖ ਕੀ ਕਰਦੇ ਜੇ? ਗੁਰੂ ਮਹਾਰਾਜ ਸਾਨੂੰ ਦੇਖ ਰਹੇ ਹੈ। ਕਿੱਥੋਂ ਤੱਕ ਹੀ ਲੋਕ ਜਾਂਦੇ। ਜਦੋਂ ਅਸੀਂ ਸਾਰਿਆਂ ਠਿੰਬਰ ਗਏ, ਹਾਰ ਹੰਬ ਗਏ, ਉਸ ਦਿਨ ਗੁਰੂ ਜੀ ਨੇ ਸ਼ਕਤੀ ਬਖਸ਼ਣੀ। ਵੇਖ ਲਓ, ਜਿਹੜੇ ਨਿਕੰਮੇ ਨਕਾਰੇ ਨਾ, ਜਿਹੜੇ ਲੱਗਦੇ ਵੀ ਕੁਝ ਨਹੀਂ ਕਰਨਗੇ, ਉਹਨਾਂ ਨੇ ਖੜਿਆਂ ਹੋ ਕੇ ਅਤੇ ਆਪਣੇ ਹੱਕ ਲੈਣੇ ਉਸ ਦਿਨ। ਮਹਾਰਾਜ ਕਿਰਪਾ ਕਰਨ, ਸਾਨੂੰ ਸਮੱਤ ਬਖਸ਼ਣ, ਭਗਤੀ ਜੀਵਨ, ਸਿੱਖੀ ਜੀਵਨ, ਨਾਮਦਾਨ ਦੀਆਂ ਦਾਤਾਂ ਬਖਸ਼ਣ। ਜਿਵੇਂ ਕੌਮ ਦੇ ਮਹਾਨ ਜਰਨੈਲ ਬੜੇ ਹੋਏ ਹੈ ਪਿਛਲੇ ਸਮੇਂ, ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਹੈ ਅਤੇ ਉਹਨਾਂ ਦਾ ਜੇ ਨਾਮ ਹੈ, ਉਸੇ ਮਾਰਗ 'ਤੇ ਅਸੀਂ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ। ਕਦੇ ਵੀ ਕੋਈ ਵੀ ਚੀਜ਼, ਕੋਈ ਵੀ ਵਸਤੂ ਸੌਖੀ ਹੋ ਕੇ ਪ੍ਰਾਪਤ ਨਹੀਂ ਹੁੰਦੀ। ਥੌੜੇ ਨੂੰ ਸੱਟਾਂ ਖਾਣੀਆਂ ਪੈਂਦੀਆਂ ਦੀਵਾਰ ਨੂੰ ਢਾਉਣ ਵਾਸਤੇ। ਉਹ ਸੱਟਾਂ ਖਾ ਕੇ ਦੀਵਾਰ ਨੂੰ ਢਾਉਂਦਾ ਹੈ। ਭਾਵੇਂ ਕਿ ਉਹਦੇ ਵੀ ਚੋਟ ਲੱਗਦੀ ਹੈ, ਪਰ ਉਹ ਇੱਕ ਦਿਨ ਕੰਧ ਸੁੱਟ ਦਿੰਦਾ ਥੱਲੇ, ਵੱਜ ਕੇ ਇੱਟਾਂ ਨੂੰ ਤੋੜ ਦਿੰਦਾ ਹੈ। ਇਹ ਕੁਝ ਵੀ ਕਰਨ ਤੋਂ ਪਹਿਲਾਂ ਦੁੱਖ ਦੇ ਚੱਲਣਾ ਹੀ ਪੈਂਦਾ ਹੈ। ਜੇ ਗੁਰੂ ਕੀ ਸਿੱਖੀ ਭਗਤੀ ਕਮਾਉਣੀ ਹੈ
ਆਪਣੇ ਤੇ ਸੰਕਟ ਆਉਣਾ ही आना है। बिना मेहनत तो, बिना परेशानी तो, बिना तशद्दद सहे तो बिना ते कीते तो बिना कभी राज नहीं मिलया। कहो किसी को राज ना दै हैं, जो लै है निज बल से लै हैं। कोई किसी को राज नहीं दिंदा, ये तो जो लिया जाता अपने बल नाल अपनी हिम्मत नाल लिया जाता। जिवें पैलियां दे कब्जे कीते जाते ना गोली के जोर नाल, इस तरह जी गुरसिੱਖੀ जीवन अपना राज भाग कायम करना है तो सिखां नूं शहादतां देनियां पैणगियां ते करनियां भी पैणगियां, फिर जाके समा ठीक होना है। अजकल बहुत कुछ जिहड़ा हो रहा है वो तो गुरु महाराज सब देख ही रहे हैं। समा आउण ते जिहड़ा हर एक नूं गुरु जी जिहड़ी है कला शक्ति बख्शणगे, क्योंकि हजे अपने सिख भरा वीर भी कई बहुत जिहड़े वो डोले हैं, गुरु की सिक्खी वाल मूँह नहीं करते, शर्म आउंदी है जे समा उडीकदे हैं। पर जिहड़े पतित होए हैं एक दिन तो गुरु जी पावन कर ही देणगे, उसका नाम ही पतित पावन है। इवें भाई हरि सिंह नलूआ जी जो महान जरनैल होए हैं, उन्हां दी शहादत नूं शहीदी नूं कोटान कोट बेअंत बेअंत प्रणाम। सो साध संगत जी जो आपां गुर इतिहास की कथा सरवण कर रहे हाँ, वो आपां सरवण करिए श्री गुरु नानक देव जी महाराज सच्चे पातशाह, जिन्हां दा प्रसंग महान कथा का चल रहा है। गुरु नानक साहब जी मोदी खाने की किरत कमाई चंगी तरह तगड़ी चला रहे हैं। भाई बाला जी नाल सदा रह रहे हैं। गुरु नानक साहब जी ने एक दिन बैठिया बैठे विचार की है कि जिहड़ा ये संसार है इहदे विच ज्ञान का जिहड़ा रुख लाउणा चाहिदा है, जिस करके लोग ज्ञानी पुरुष होण तो उस परमेश्वर के सच्चे मार्ग ते पहुँच के सचखंड धाम नूं प्राप्त होण। जिस कारण गुरु जी ने अवतार धारण किया सी में चितविया है ज्ञान के रुख नूं लाउण वास्ते। तो गुरु जी ने मन विच विचार की भी सिੱਖੀ पंथ चला के मुक्त करना है गुरु के सिख बना बना के। उस कारज नूं करन वास्ते एक दिन भाई बाला जी नूं बोले हैं कि भाई बाला जी हुण असां ने ये संसार के जिहड़े काम है इन्हां वल ध्यान नहीं देना है, इधर मन नहीं लियाउणा। कोई कुछ भी आखी जाए भी चंगी भली किरत करते सी छड्ड के चले गए, ये कोई कुछ भी कहे हुण किसी दी नहीं सुननी है। अपना जो कारज हुण होर तरीके नाल वरतना जिवें असीं करना चाहुंदे हां। एक दिन इधर वरण देवता जिहड़ा उहनूं प्रेरिया परमेश्वर वाहिगुरू ने कि जो गुरु नानक साहब है उन्हां नूं भी तूं साडे पास भेज सुनेहा देंगे। ये वेई च प्रवेश कर गए वरण देवता। गुरु नानक साहब जी अमृत वेले इशनान करन जाया करते सी। भाई भगीरथ जी नूं नाल लै लिया। जदों इशनान पहलां दातन कीती है, दातन करके वो जिहड़ा दातन सी वो डंडी जी धरती विच गड़ दित्ती। उसे तो ही बेरी का रुख बड़ा तगड़ा होया, जिथे अज सुल्तानपुर विच श्री बेर साहब गुरुद्वारा सुभाएमान है, गुरु के संगतां दर्शन करदियां। उत्थे जाके फिर अपने चरण महाराज ने वेई च प्रवेश कीते, मुख धोता, फिर जाके अध विचकार चले गए वेई च गुरु जी महाराज। वो वरण देवते ने कहा सी जदों गुरु जी नदी विच प्रवेश किया है, एको ही टुब्बी लाई है, मुड़ बाहर नहीं आए। वरण देवता सामने प्रगट हो गया, कहन लगा महाराज जी पहला तो मत्था टेकिया, बड़ा सुख पाया है। कहता भी जो परमेश्वर वाहिगुरू है उन्हों का मैनूं हुक्म होया भी तुहानूं मैं सचखंड भेजा महाराज, आप जी जाओ। गुरु जी कहते भी ये तो साडे हिरदे विच पहले खबर जिहड़ी चल रही सी, वरत रही सी, आ तो असीं बिना देरी तो ही जावांगे। गुरु जी तो उस वेले चले गए सचखंड धाम। इधर भाई भगीरथ बेआसरा जिहा हो गए।
ਵੀ ਗੁਰੂ ਮਹਾਰਾਜ ਇਸ਼ਨਾਨ ਕਰਨ ਗਏ ਸੀ, ਵਾਪਸ ਹੀ ਨਹੀਂ ਆਏ। ਘਾਬਰ ਗਏ, ਨਿਰਾਸ਼ ਜਿਹੇ ਹੋ ਗਏ, ਪਛਤਾਉਂਦੇ, ਵਿਚਾਰਾਂ ਕਰਦੇ ਵੀ ਗੁਰੂ ਜੀ ਕਿਤੇ ਡੁੱਬ ਤਾਂ ਨਹੀਂ ਗਏ। ਇੰਨਾ ਘਾਬਰੇ ਆ, ਝੱਲੇ ਦੀਵਾਨੇ ਹੋ ਗਏ। ਹੱਥਾਂ ਵਿੱਚ ਕੱਪੜੇ ਲੈ ਕੇ ਮਹਾਰਾਜ ਜੀ ਦੇ ਵਸਤਰ ਭੱਜੇ ਹੀ ਗਏ ਹਨ ਨਵਾਬ ਦੌਲਤ ਖਾਂ ਕੋਲ। ਕਹਿੰਦੇ ਵੀ ਇਸ ਤਰ੍ਹਾਂ ਗੁਰੂ ਜੀ ਨਦੀ ਵਿੱਚ ਵੜੇ ਸੀ, ਬਾਅਦ ਵਿੱਚ ਬਾਹਰ ਨਹੀਂ ਆਏ ਸੱਚੇ ਪਾਤਸ਼ਾਹ। ਇਹ ਨਵਾਬ ਦੌਲਤ ਖਾਂ ਨੇ ਉਸੇ ਵੇਲੇ ਤਿਆਰੀ ਕਰ ਲਈ। ਤਿਆਰੀ ਕਰਕੇ ਘੋੜੇ ਦੇ ਉੱਪਰ ਇਹਨੇ ਕਾਠੀ ਪਵਾਈ ਹੈ। ਉੱਥੇ ਜਾ ਪਹੁੰਚਿਆ ਕਿਨਾਰੇ 'ਤੇ। ਕਿਨਾਰੇ 'ਤੇ ਜਾ ਕੇ ਇਹਨੇ ਹੋਰ ਜਿਹੜੇ ਕੇਵਟ ਮਲਾਹ ਸਨ ਉਹ ਵੀ ਬੁਲਾ ਲਏ। ਕਹਿੰਦਾ ਵੀ ਆਹ ਵੇਖੋ ਇੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਨਦੀ ਵਿੱਚ। ਉਹ ਵੇਖ ਵੇਖ ਕੇ ਜਿਹੜੇ ਮਲਾਹ ਉਹ ਸਾਰੇ ਹਾਰ ਹੰਬ ਗਏ, ਲੱਭੇ ਨਹੀਂ। ਇੱਧਰ ਭਾਈਆ ਜੈ ਰਾਮ ਜੀ ਨੇ ਸੁਣਿਆ ਹੈ। ਸੁਣ ਕੇ ਉਹ ਜਿਹੜਾ ਹੈ ਹੌਸਲਾ ਨਹੀਂ ਪੈ ਰਿਹਾ, ਬੜੀ ਛੇਤੀ ਭੱਜ ਕੇ ਆਏ ਨਦੀ ਦੇ ਕਿਨਾਰੇ। ਸੁਲਤਾਨਪੁਰ ਦੇ ਲੋਕਾਂ ਨੇ ਸੁਣਿਆ, ਉਹ ਵੀ ਭੱਜੇ ਆਏ ਹੈ। ਸਾਰੇ ਕੋਈ ਦੇ ਇੱਧਰਲੇ ਪਾਸੇ ਵੇਖਦਾ, ਕੋਈ ਪਾਰਲੇ ਪਾਸੇ ਵੇਖਦਾ ਹੈ। ਵੇਖ ਵੇਖ ਕੇ ਸਾਰੇ ਹਾਰ ਹੰਬ ਗਏ, ਮਹਾਰਾਜ ਲੱਭੇ ਨਹੀਂ ਕਿਤੇ। ਕਿਉਂਕਿ ਗੁਰੂ ਮਹਾਰਾਜ ਜੀ ਦੀ ਜਿਹੜੀ ਕੀਰਤੀ ਵਡਿਆਈ ਹੈ ਉਹਦੇ ਸਮੁੰਦਰ ਸਮਾਨ ਹੈ। ਜਿਹੜੀ ਲੋਕਾਂ ਦੀ ਮੱਤ ਹੈ, ਜਿਵੇਂ ਸਮੁੰਦਰ ਦੇ ਕਿਨਾਰੇ 'ਤੇ ਕੋਈ ਇਸਤਰੀ ਖਲੋ ਜੇ ਕਮਜ਼ੋਰ ਜਿਹੀ, ਉਹ ਚਾਹੇ ਕਿ ਮੈਂ ਸਮੁੰਦਰ ਦਾ ਅਥਾਹ ਪਾਲਾਂ, ਪਾਰਲਾ ਪਾਸਾ ਪਾਲਾਂ, ਤੇ ਉਹ ਨਹੀਂ ਪਾ ਸਕਦੀ। ਇਸੇ ਤਰ੍ਹਾਂ ਜਿਹੜੀ ਮੱਤ ਲੋਕਾਂ ਦੀ ਉਹਦੇ ਬਹੁਤ ਜ਼ਿਆਦਾ ਛੋਟੀ ਹੈ, ਅਤੇ ਗੁਰੂ ਜੀ ਦੀ ਕੀਰਤੀ ਵਡਿਆਈ ਕਿੱਥੋਂ ਜਾਣ ਸਕਣ। ਲੋਕ ਵਿਚਾਰੇ ਹਫਲੇ ਹੋ ਗਏ। ਇੱਧਰ ਭਾਈਆ ਜੈ ਰਾਮ ਜੀ ਨੂੰ ਹੌਸਲਾ ਨਹੀਂ ਪੈ ਰਿਹਾ। ਨੇਤਰਾਂ 'ਚੋਂ ਜਲ ਜਿਹੜਾ ਵਗੀ ਜਾਂਦਾ, ਕਿਰੀ ਜਾਂਦਾ ਹੈ। ਸਾਰਾ ਪਰਿਵਾਰ, ਦਾਸ ਦਾਸੀਆਂ ਉਹ ਵੀ ਬੜੇ ਘਾਬਰ ਗਏ ਹੈ। ਜਿਸ ਤਰ੍ਹਾਂ ਚਕਵਾ ਚਕਵੀ ਅਤੇ ਜਿਹੜੇ ਕਵਲ ਫੁੱਲ ਹੈ ਸੂਰਜ ਚੜ੍ਹੇ ਤੋਂ ਬਿਨਾਂ ਵਿਆਕੁਲ ਹੋ ਜਾਂਦੇ ਹੈ, ਘਬਰਾ ਜਾਂਦੇ ਹੈ। ਇਹੋ ਜਿਹੀ ਹਾਲਤ ਸਾਰਿਆਂ ਦੀ ਹੋ ਗਈ। ਫਿਰ ਇਹੋ ਜਿਹੀ ਹਾਲਤ ਵੇਖ ਕੇ ਆਪਣੇ ਪਤੀ ਦੀ ਭੈਣ ਨਾਨਕੀ ਜੀ ਨੇ, ਉਹਨਾਂ ਨੇ ਜਿਵੇਂ ਹੌਸਲੇ ਦੇ ਬਚਨ ਕਹੇ, ਉਹ ਆਪਾਂ ਪ੍ਰਸੰਗ ਸਰਵਣ ਕਰੀਏ। ਗੁਰੂ ਜੀ ਦੀ ਮਹਾਨ ਕੀਰਤੀ ਵਡਿਆਈ ਦਾ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕੀ ਏਕ ਰਹੀ ਔਰ ਮੈਂ ਥਿਰ। ਭਾਈਆ ਜੈ ਰਾਮ ਜੀ ਤੇ ਹੋਰ ਜਿਹੜੇ ਦਾਸ ਦਾਸੀਆਂ ਸਨ, ਉਹਨਾਂ ਸਾਰਿਆਂ ਦੀ ਹਾਲਤ ਇਵੇਂ ਹੋ ਗਈ ਜਿਵੇਂ ਬੱਦਲਾਂ ਤੋਂ ਬਿਨਾਂ ਬਬੀਹੇ, ਮੋਰ, ਡੱਡੂ ਜਿਹੜੇ ਬੜੇ ਵਿਲਕਦੇ ਹਨ, ਉਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ। ਮੀਂਹ ਪੈ ਜਾਵੇ ਤਾਂ ਉਹ ਸ਼ਾਂਤ ਹੋ ਜਾਂਦੇ ਆ। ਇਸੇ ਤਰ੍ਹਾਂ ਇਹ ਸਾਰਿਆਂ ਦੀ ਹਾਲਤ ਹੋਈ ਪਈ ਹੈ। ਸਾਰੇ ਜਿਹੜੇ ਗੁਰੂ ਮਹਾਰਾਜ ਜੀ ਦੀ ਜਿਹੜੀ ਹੈ ਹਾਲਤ ਐਸੀ ਜਾਣ ਕੇ ਵੀ ਦੇਖ ਕਿਉਂ ਨਹੀਂ ਰਹੇ। ਭਾਈਆ ਜੈ ਰਾਮ ਦੇ ਕਹਿੰਦੇ, ਹੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ, ਆ ਕੀ ਕੀਤਾ ਤੁਸਾਂ ਨੇ ਵੀ ਬਿਨਾਂ ਦੱਸੇ ਦਸਾਏ ਕਿੱਥੇ ਮਹਾਰਾਜ ਤੁਸੀਂ ਚਲੇ ਗਏ ਹੋ। ਬੜਾ ਪਛਤਾਉਂਦੇ ਹੈ। ਇੱਧਰ ਜੋ ਭੈਣ ਨਾਨਕੀ ਜੀ ਹੈ, ਇੱਕ ਇਹ ਇਕੱਲੇ ਆਪਣੇ ਹਿਰਦੇ ਵਿੱਚ ਟਿਕੇ ਰਹੇ ਹੈ, ਇਹ ਨਹੀਂ ਡਾਵਾਂ ਡੋਲ ਹੋਏ। ਔਰਨ ਕੀ ਸਰ ਨਾ ਪਰਮਾਈ। ਹੋਰਨਾਂ ਦੇ ਵਾਂਗ ਭੈਣ ਨਾਨਕੀ ਜੀ ਨਹੀਂ ਭਰਮੇ, ਇਹ ਤੇ ਸਥਰੀ ਰਹੇ ਅਡੋਲ ਰਹੇ ਹਨ। ਸੋਦਰ ਈਸ਼ਵਰ ਕੋ ਅਵਤਾਰ। ਕਿਉਂਕਿ ਭੈਣ ਨਾਨਕੀ ਜੀ ਜਾਣਦੇ ਵੀ ਜੋ ਮੇਰੇ ਭਰਾ ਹਨ ਗੁਰੂ ਨਾਨਕ ਸਾਹਿਬ ਜੀ, ਇਹ ਤੇ ਈਸ਼ਵਰ ਜੋ ਪਰਮੇਸ਼ਰ ਹੈ ਉਹਦਾ ਹੀ ਅਵਤਾਰ ਹਨ। ਕਰ ਨਰ ਖੇਲ ਅਪੇਲ ਸਦਾਈ। ਇਹ ਤੇ ਸਤਿਗੁਰੂ ਮਹਾਰਾਜ ਮਨੁੱਖਾਂ ਵਾਲਾ ਖੇਲ ਕਰੀੜਾ ਕਰ ਰਹੇ ਹੈ। ਜਿਵੇਂ ਮਨੁੱਖ
ਕਰਦਾ ਹੈ ਨਾ, ਆਮ ਲੋਕ ਡੁੱਬ ਜਾਂਦੇ ਆ, ਨਿਕਲਿਆ ਨਹੀਂ ਜਾਂਦਾ। ਇਸੇ ਤਰ੍ਹਾਂ ਹੀ ਮੇਰੇ ਭਰਾ ਜੀ ਜਿਹੜੇ ਨਾ ਆਮ ਮਨੁੱਖ ਵਾਂਗ ਖੇਲ ਕਰੀੜਾ ਕਰ ਰਹੇ ਹਨ। ਇਹ ਤੇ ਅਪੇਲ ਹੈ, ਅਟਲ ਹੈ, ਸਦਾ ਅਬਨਾਸੀ, ਜੋ ਕਦੀ ਨਹੀਂ ਨਾਸ ਹੋ ਸਕਦੇ। ਕੰਤ ਕੇ ਸੰਗ ਗਿਰਾ ਉਚਰੀ, ਉਸ ਵਕਤ ਆਪਣੇ ਪਤੀ ਭਾਈਆ ਜੈ ਰਾਮ ਨਾਲ ਇਹ ਬਾਣੀ ਉਚਾਰੀ ਕਹੀ ਹੈ। ਔਰ ਧੀਰ ਧਰੋ ਤਜ ਆਤੁਰਤਾਈ, ਹੇ ਪਤੀ ਮਾਲਕ ਜੀ, ਜਿਹੜੀ ਆ ਵਿਆਕਲਤਾ ਹੈ ਨਾ, ਬੇਬਲਤਾ, ਇਹ ਘਬਰਾਹਟ ਜੀ ਛੱਡ ਦਿਓ, ਹਿਰਦੇ ਵਿੱਚ ਧੀਰਜ ਰੱਖੋ ਜੀ। ਬਾਸੁਰ ਨਾਹੇ ਜਥਾ ਗ੍ਰਸ ਰਾਹੋ, ਜਿਸ ਤਰ੍ਹਾਂ ਜਿਹੜਾ ਸੂਰਜ ਹੁੰਦਾ ਹੈ ਤੇ ਸੂਰਜ ਨੂੰ ਆ ਰਾਹੂ ਜਿਹੜਾ ਗ੍ਰਹਿ ਹੈ ਬੜਾ ਮਾੜਾ ਜਦੋਂ ਗਰਸ ਲੈਂਦਾ ਹੈ, ਤਥਾ ਬਿਦ ਆਹੇ ਹੋਵੈ ਬਿਦਤਾਈ। ਇਹ ਉਸੇ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ, ਜਿਵੇਂ ਸੂਰਜ ਨੂੰ ਰਾਹੂ ਲੱਗ ਜਾਂਦਾ ਹੈ ਤੇ ਉਹ ਕਿੰਨਾ ਸਮਾਂ ਗੁਪਤ ਕਰ ਦਿੰਦਾ ਹੈ, ਬਾਅਦ ਵਿੱਚ ਸੂਰਜ ਫਿਰ ਪ੍ਰਗਟ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਜਦੋਂ ਉਹਨਾਂ ਦਾ ਮਨ ਕਰੇਗਾ, ਚਿੱਤ ਕਰੇਗਾ, ਪ੍ਰਗਟ ਹੋ ਜਾਣਗੇ ਸੂਰਜ ਵਾਂਗ। ਸੁਨ ਕਾਨ ਜੈ ਰਾਮ ਭਨੇ ਬਚਨਾ, ਸੁਣ ਕੇ ਭਾਈਆ ਜੈ ਰਾਮ ਜੀ ਨੇ ਆਪਣੇ ਕੰਨਾਂ ਵਿੱਚ ਤੇ ਅੱਗੋਂ ਬਚਨ ਕਹੇ, ਮੇਰੀ ਪਤਨੀ ਜਲ ਜਾਤ ਬਿਲੋਚਨ ਤੇ ਜਲ ਜਾਤਾ, ਕਵਲ ਵਰਗੇ ਨੇਤਰਾਂ ਤੋਂ ਜਿਹੜਾ ਜਲ ਹੈ ਉਹ ਤੇ ਡਿੱਗੀ ਜਾਂਦਾ ਹੈ, ਅੱਖਾਂ 'ਚ ਅਥਰੂ ਆਈ ਜਾਂਦੇ ਹਨ। ਬਹੁ ਜਾਰ ਪਸਾਰ ਕੈ ਬਾਰ ਨਿਹਾਰਨਾ, ਕਹਿਣ ਲੱਗਾ ਨਾਨਕੀ, ਅਸਾਂ ਨੇ ਇੱਥੇ ਦੇ ਵੇਈ ਨਦੀ ਦੇ ਕਿਨਾਰੇ ਬਹੁਤ ਜਿਹੜਾ ਜਾਲ ਨੂੰ ਫੈਲਾ ਕੇ ਬਹੁਤੀ ਵਾਰ ਦੇਖਣਾ ਕੀਤਾ ਹੈ। ਕੇਵਟ ਬੀਚ ਬਰੇ ਮਿਲ ਬਾਤਾ, ਕੋਈ ਚੰਗੇ ਤਰ੍ਹਾਂ ਇਕੱਠਿਆਂ ਮਿਲ ਕਰਕੇ ਗੱਲਬਾਤ ਇੱਕੋ ਕਰਕੇ ਕਿੰਨੇ ਮਲਾ ਜਿਹੜੇ ਵੇਈ ਨਦੀ ਵਿੱਚ ਵੜੇ ਸਨ। ਝੱਖ ਕਛਪ ਬ੍ਰਿੰਦ ਫਸੇ ਨਿਕਸੇ, ਆਕੀ ਉਹਦੇ ਜਦੋਂ ਜਾਲ ਪਾਇਆ ਹੈ, ਮੱਛ ਕੱਛੂ ਬਹੁਤ ਸਾਰੇ ਜਿਹੜੇ ਫਸੇ ਸਨ ਜਾਲ ਵਿੱਚ ਤੇ ਉਹ ਨਿਕਲੇ ਹਨ। ਸਭ ਖੋਜ ਥਕੇ ਨਹਿ ਪਾਵਤ ਗਿਆਤਾ, ਸਾਰੇ ਗੁਰੂ ਨਾਨਕ ਦੇ ਮਹਾਰਾਜ ਨੂੰ ਲੱਭ ਕੇ ਥੱਕ ਗਏ, ਢੂੰਡ ਕੇ, ਪਰ ਮਹਾਰਾਜ ਦੀ ਜਿਹੜੀ ਸੋਝੀ ਖਬਰ ਉਹ ਕਿਸੇ ਨੇ ਨਹੀਂ ਪਾਈ, ਕਿਸੇ ਨੂੰ ਨਹੀਂ ਮਿਲੇ। ਨਿਰਪਤਾਦ ਨਿਰਾਸ ਫਿਰੇ ਪਛਤਾਏ, ਰਾਜ ਜਿਹੜਾ ਨਵਾਬ ਦੌਲਤ ਖਾਂ ਤੋਂ ਆਦ ਜਿਹੜੇ ਸੇਵਕ ਸਨ ਉਹ ਸਾਰੇ ਪਛਤਾ ਕੇ ਹਿਰਦੇ ਵਿੱਚ ਤੇ ਬਿਸ਼ਾਂ ਮੁੜੇ ਐ। ਆਖਰ ਉਪਾਏ ਕੀਏ ਬਹੁ ਸੋ ਨਾ ਅਗਾਤਾ, ਬੜੇ ਉਪਰਾਲੇ ਹੀਲੇ ਯਤਨ ਕੀਤੇ ਐ, ਪਰ ਗੁਰੂ ਮਹਾਰਾਜ ਦੇ ਅਗਾਤਾ ਕਈਏ ਲੱਭੇ ਨਹੀਂ ਹੈ। ਰੋਦਨ ਕੀਨਾ ਸੁਲਖਨ ਤਾਸ਼ਿਨ, ਉਸ ਵੇਲੇ ਮਾਤਾ ਸੁਲੱਖਣੀ ਜੀ ਪਾਸ ਹੀ ਸਨ ਤੇ ਸੁਣ ਕੇ ਉਸੇ ਵੇਲੇ ਰੋਣਾ ਕੀਤਾ, ਰੋਣ ਲੱਗੇ। ਦੀਨ ਗਇਓ ਕਰ ਮੇ ਪਰਤਾਰਾ, हे ਮਾਲਕ ਗੁਰੂ ਨਾਨਕ ਸਾਹਿਬ ਜੀ, ਤੁਸੀਂ ਤੇ ਮੈਨੂੰ ਗਰੀਬਣੀ ਨੂੰ ਆ ਦੀਣੀ ਕਰਕੇ ਦੁਖੀ ਕਰਕੇ ਜੋ ਪੰਕਤ ਤੇ ਬਿਸ਼ਰੀ ਨਿਜ ਜਿਉ, ਜਿਸ ਤਰ੍ਹਾਂ ਕੂੰਜ ਆਪਣੇ ਪੰਗਤੀ ਜਾਂ ਡਾਰ ਤੋਂ ਵਿਛੜ ਜਾਂਦੀ ਹੈ। ਕੁਰ ਲਾਵਤ ਕੂੰਜ ਭਇਓ ਦੁਖ ਭਾਰਾ, ਜਿਵੇਂ ਉਹ ਕੂੰਜ ਵਿਛੜ ਕੇ ਆਪਣੀ ਪੰਗਤੀ ਡਾਰ ਤੋਂ ਝੁੰਡ ਵਿੱਚੋਂ ਬੜਾ ਕਰ ਲਾਉਂਦੀ ਹੈ, ਇਸੇ ਤਰ੍ਹਾਂ ਮਾਤਾ ਸੁਲੱਖਣੀ ਜੀ ਬੜਾ ਭਾਰੀ ਦੁੱਖ ਪਾ ਰਹੇ ਤੇ ਕੁਰਲਾ ਰਹੇ ਹਨ। ਕੇਸ ਉਖਾਰਤ ਤਾੜਤ ਹੈ ਔਰ, ਕੇਸਾਂ ਨੂੰ ਪੁੱਟਦੇ ਹੈ ਤੇ ਜਿਹੜਾ ਦਿਲ ਉਤੇ ਹੱਥ ਮਾਰਦੇ ਹੈ। ਭੂਖਨ ਡਾਰਤ ਹਾਰ ਉਤਾਰ, ਗਹਿਣੇ ਜਿਹੜੇ ਲਾ ਸੁੱਟਦੇ ਤੇ ਹਾਰ ਵੀ ਲਾ ਕੇ ਸੁੱਟ ਦਿੱਤਾ ਹੈ। ਲੋਚਨ ਤੇ ਜਲ ਧਾਰ ਛੁਟੈ, ਨੇਤਰਾਂ ਵਿੱਚ ਉਹਦੇ ਜਲ ਦੀਆਂ ਧਾਰਾਂ ਹੀ ਛੁੱਟੀ ਜਾ ਰਹੀਆਂ, ਅਥਰੂ ਤੇ ਬਹੁਤ ਕਿਰਦੇ ਹਨ। ਸਭ ਚੀਰ ਭਿਗੇ ਤਨ ਕੀ ਨਾ ਸੰਭਾਰਾ, ਮਾਤਾ ਸੁਲੱਖਣੀ ਜੀ ਦੇ ਜਿਹੜੇ ਕੱਪੜੇ ਐ ਸਾਰੇ ਉਹ ਤੇ ਵਿਰਲਾਪ ਕਰਕੇ ਭਿੱਜ ਗਏ ਐ, ਸਰੀਰ ਦੀ ਤੇ ਕੋਈ ਸੋਧੀ ਨਹੀਂ ਰਹੀ। ਹੇ ਪਤ ਤੋ ਬਿਨ ਪਨ ਪਾਸੂ ਨਾ,
ਦੁਬਾਰਾ ਏ ਪਤ ਤੋ ਬਿਨ ਭਨ ਪਾਸੂਨਾ। ਭਨ ਨਹੀਂ ਭੌਣ। ਹੇ ਪਤੀ ਗੁਰੂ ਨਾਨਕ ਸਾਹਿਬ, ਹੇ ਮਾਲਕ, ਤੇਰੇ ਬਿਨਾਂ ਤੇ ਜਿਹੜਾ ਘਰ ਹੈ ਨਾ ਇਹ ਤੇ ਸੁੰਨਾ ਹੀ ਖਾਲੀ ਹੋ ਗਿਆ ਅੱਜ। ਸੋ ਦਾਨ ਕੋ ਥਾਨ ਉਦਾਸ ਲੱਗੈ ਹੈ। ਉਹ ਜਿਹੜਾ ਥਾਂ ਸੀ ਜਿੱਥੇ ਤੁਸੀਂ ਹੱਟ 'ਚ ਬੈਠ ਕੇ ਦਾਨ ਕਰਦੇ ਸੀ, ਅੱਜ ਉਹ ਹੀ ਉਦਾਸ ਹੀ ਲੱਗ ਰਿਹਾ ਹੈ, ਉਹ ਵੀ ਖਾਲੀ ਲੱਗ ਰਿਹਾ ਹੈ। ਕੌਣ ਸੋ ਦੇ ਇਨਕੋ ਤ੍ਰਿਪਤਾ ਵਹਿ। ਹੇ ਮਹਾਰਾਜ, ਆ ਜਿਹੜੇ ਵਿਚਾਰੇ ਮੰਗਤੇ ਸਨ, ਜਿਨ੍ਹਾਂ ਨੂੰ ਤੁਸੀਂ ਰੋਜ਼ ਹੀ ਦਾਨ ਦਿੰਦੇ ਸੀ, ਇਹਨਾਂ ਨੂੰ ਕੌਣ ਦੇ ਕੇ ਦਾਨ ਹੁਣ ਰਜਾਵੇਗਾ। ਆਨ ਭਿਖਾਰੀ ਕੋ ਬ੍ਰਿੰਦ ਮੰਗੈ ਹੈ। ਕਿੰਨੇ ਜਿਹੜੇ ਸਮੂਹ ਭਿਖਾਰੀ ਆਣ ਆਣ ਕੇ ਤੁਹਾਡੇ ਪਾਸੋਂ ਮੰਗਦੇ ਸੀ, ਤੁਸੀਂ ਖੁੱਲਾ ਦਾਨ ਦਿੰਦੇ ਸੀ। ਹੇ ਮਾਲਕ, ਹੁਣ ਉਹਨਾਂ ਨੂੰ ਕੌਣ ਦਾਨ ਦੇਵੇਗਾ ਤੇ ਰਜਾਵੇਗਾ। ਆਪ ਕਹਾਂ ਗਏ ਦੀਏ ਬਿਨਾ ਸੁਧ। ਪਤੀ ਜੀ, ਮਾਲਕ ਜੀ, ਆਪ ਬਿਨਾ ਖਬਰ ਦਿੱਤੇ ਕਿੱਥੇ ਚਲੇ ਗਏ ਹੋ। ਮ੍ਰਿਤ ਕੇ ਹਿਤ ਨਾ ਕੋ ਉਪਜੈ ਹੈ। ਕਿਉਂਕਿ ਆ ਕੋਈ ਤੁਸੀਂ ਬਿਮਾਰ ਨਹੀਂ ਸੀ, ਕੋਈ ਪਰੇਸ਼ਾਨੀ ਨਹੀਂ ਸੀ। ਆ ਮੌਤ ਦਾ ਤੇ ਜਿਹੜਾ ਹੈ ਕਾਰਨ ਤੇ ਕੋਈ ਪੈਦਾ ਨਹੀਂ ਸੀ ਹੁੰਦਾ। ਬਾਰਕ ਤਾਤ ਧਰ ਨਾਮੋ ਕੋ। ਅੱਜ ਬਾਰਕ ਜੋ ਸ਼੍ਰੀ ਚੰਦ ਜੀ ਹਨ ਤੁਹਾਡੇ ਸੁਪੁੱਤਰ, ਉਹਨਾਂ ਦੇ ਪਿਤਾ, ਹੈ ਮਾਲਕ ਪਤੀ ਜੀ, ਮੇਰਾ ਤੇ ਕੋਈ ਹੁਣ ਆਸਰਾ ਨਹੀਂ ਨਾ ਰਹਿ ਗਿਆ ਦੁਨੀਆ ਵਿੱਚ। ਸ਼ੋਕ ਜਗੇ ਔਰ ਧੀਰ ਭਗੇ ਹੈ। ਸੋਗ ਗਮ ਜਿਹੜਾ ਹਿਰਦੇ ਵਿੱਚ ਜਾਗ ਰਿਹਾ ਹੈ, ਧੀਰਜ ਤੇ ਮੇਰੀ ਭੱਜ ਨੱਠ ਰਹੀ ਹੈ। ਯਾ ਬਿਦ ਸ਼ੋਕ ਗਿਰਾ ਬਹੁ ਭਾਂਤਨਾ। ਇਸ ਤਰ੍ਹਾਂ ਦੀ ਜਿਹੜੀ ਹੈ ਸੋਗ ਵਾਲੀ ਬਾਣੀ ਹੈ ਨਾ, ਗਮ ਵਾਲੀ, ਬਹੁਤ ਤਰ੍ਹਾਂ ਨਾਲ ਹੀ ਮਾਤਾ ਸੁਲੱਖਣੀ ਜੀ ਕਹਿੰਦੇ ਹੈ। ਬੋਲਤ ਹੈ ਬਿਰਲਾਪ ਪੁਕਾਰਾ। ਇਹੋ ਜੀ ਸੋਗਮਈ ਬਾਣੀ ਬੋਲਦੇ ਐ ਤੇ ਬਹੁਤ ਪੁਕਾਰਾਂ ਕਰਦੇ, ਵਿਰਲਾਪ ਕਰਦੇ ਹਨ। ਬਾਮ ਫੁਰ ਅੰਗ ਸੂਚਕ ਹੁਵੈ ਸ਼ੁਭ। ਇੱਧਰ ਪਰ ਜਿਹੜਾ ਮਾਤਾ ਜੀ ਦਾ ਜਿਹੜਾ ਅੰਗ ਹੈ, ਖੱਬੇ ਅੰਗ, ਉਹ ਫਰਕ ਰਿਹਾ ਹੈ, ਤੇ ਇਹ ਜਿਹੜਾ ਖੱਬੇ ਅੰਗ ਦਾ ਵੀ ਇਸਤਰੀ ਦਾ ਖੱਬਾ ਅੰਗ ਫਰਕ ਹੈ, ਉਹ ਸੂਚਕ ਹੈ ਸ਼ੁਭ ਦਾ, ਭਾਵ ਚੰਗੇ ਸਗਨ ਦਾ ਸੂਚਕ ਵਾਚਕ ਹੈ। ਹੁਣ ਕਵੀ ਭਾਈ ਸੰਤੋਖ ਸਿੰਘ ਜੀ ਸਗਨ ਸ਼ਾਸਤਰ ਪੜ੍ਹੇ ਹੋਏ ਸੀ, ਜਿਸ ਕਰਕੇ ਇੱਥੇ ਉਹ ਆਪਣੀ ਵਿਦਵਤਾ ਦੇ ਰਾਹੀਂ ਥੋੜ੍ਹਾ ਜਣਾ ਰਹੇ ਹੈ, ਆਪ ਕਹਿ ਰਹੇ ਹਨ ਇੱਥੇ, ਤੇ ਮਾਤਾ ਜੀ ਦੇ ਰਾਹੀਂ ਉਹ ਕਹਿ ਰਹੇ ਹਨ। ਤੇ ਮਾਤਾ ਸੁਲੱਖਣੀ ਜੀ ਦਾ ਜਿਹੜਾ ਖੱਬਾ ਅੰਗ ਹੈ ਉਹ ਫਰਕ ਰਿਹਾ ਹੈ, ਤੇ ਜਿਹੜਾ ਉਹ ਖੱਬਾ ਅੰਗ ਦਾ ਫਰਕਣਾ ਉਹ ਸ਼ੁਭ ਸਗਨ ਦਾ ਜਿਹੜਾ ਵਾਚਕ ਸੂਚਕ ਹੈ। ਕਾਰਨ ਕੌਣ ਨਾ ਆਏ ਵਿਚਾਰਾ। ਦੇ ਕੋਈ ਜਿਹੜੀ ਵਿਚਾਰ ਹੈ, ਸਮਝ ਸੋਝੀ ਸੋਚ ਵਿੱਚ ਆ ਨਹੀਂ ਰਹੀ ਵੀ ਆ ਕੌਣ ਕਾਰਨ ਹੈ, ਕੀ ਕਾਰਨ ਹੈ। ਲੋਕ ਬਿਲਕ ਆਏ ਸਭ ਹੀ। ਬਿਲਕ ਕਿੱਥੇ ਲਿਖਿਆ? ਲੋਕ ਬਿਲੋਕ ਆਏ ਸਭ ਹੀ। ਮਾਤਾ ਜੀ ਵਿਚਾਰ ਕਰਦੇ ਆ ਵੀ ਜਿਹੜਾ ਅੰਗ ਫਰਕ ਰਿਹਾ ਖੱਬਾ ਹੈ ਤੇ ਸ਼ੁਭ ਦਾ ਸਗਨ ਦਾ ਵਾਚਕ ਹੈ, ਤੇ ਕਾਰਨ ਕੀ ਵਿਚਾਰਿਆ ਕਿਉਂ ਨਹੀਂ ਜਾ ਰਿਹਾ। ਤੇ ਲੋਕ ਜਿਹੜੇ ਸੀ ਉਹਦੇ ਵੇਖ ਕੇ ਸਾਰੇ ਹੀ ਜਲ ਡੂਬ ਗਇਓ ਨਹ ਦੇਹ ਨਿਹਾਰਾ। ਉਹ ਲੋਕ ਸਾਰੇ ਤੇ ਵੇਖ ਕੇ ਵਾਪਸ ਆ ਗਏ ਵੀ ਜਲ ਵਿੱਚ ਵੀ, ਨਦੀ ਦੇ ਜਲ ਵਿੱਚ ਗੁਰੂ ਨਾਨਕ ਸਾਹਿਬ ਜੀ ਡੁੱਬ ਗਏ ਹੈ, ਤੇ ਉਹਨਾਂ ਦੀ ਜਿਹੜੀ ਦੇਹ ਹੈ, ਸਰੀਰ, ਉਹਦੇ ਕਿਤੇ ਅੱਖਾਂ ਨਾਲ ਵੇਖਿਆ ਨਹੀਂ ਜਾ ਰਿਹਾ। ਹੋਵਤ ਮੌਨ ਭਲੇ ਸੁਖ ਪਾਉਣ। ਤੇ ਸਾਰੇ ਜਿਹੜੇ ਚੁੱਪ ਹੋ ਗਏ ਐ। ਹੋਵਤ ਮੌਨ ਭਲੇ ਸੁਖ ਪਾਉਣ। ਸੁੱਖਾਂ ਦੇ ਜੋ ਘਰ ਹੈ ਨਾ ਗੁਰੂ ਨਾਨਕ ਸਾਹਿਬ ਜੀ, ਉਹਨਾਂ ਭਰ ਜਿਹੜੇ ਉਹਨਾਂ ਦੇ ਸੰਬੰਧ ਵਿੱਚ ਚੰਗੇ ਜਿਹੜੇ ਸਗਨ ਹੋ ਰਹੇ ਉਂਝ। ਕਰੋ ਅਬ ਕੌਣ ਸੰਦੇਹ ਨਿਵਾਰਾ। ਵੀ ਹੁਣ ਕੌਣ ਹੈ ਜਿਹੜਾ ਇਸ ਜਿਹੜਾ ਸੰਸ਼ੇ ਦਾ ਜਿਹੜਾ ਨਿਵਾਰਨ ਕਰੇ, ਦੂਰ ਕਰੇ, ਵੀ ਅੰਗ ਜਿਹੜਾ ਖੱਬਾ ਫਰਕ ਰਿਹਾ ਹੈ ਤੇ ਉਹਦੀ ਨਿਸ਼ਾਨੀ ਹੈ ਵੀ ਸ਼ੁਭ ਸਗਨ ਹੋ ਰਿਹਾ ਮਹਾਰਾਜ ਦੇ ਪਰਥਾਏ, ਪਰ ਜਦੋਂ ਵੇਖਣ ਜਾਈਦਾ ਹੈ ਪਾਣੀ ਵਿੱਚ ਤੇ ਦੇਖ ਨਹੀਂ ਰਹੇ, ਲੋਕ ਮੁੜ ਆ ਗਏ ਹੈ। ਕੌਣ ਹੈ ਜਿਹੜਾ ਇਸ ਸੰਸ਼ੇ ਦਾ ਨਿਵਾਰਨ ਕਰੇ। ਸ਼ੋਕ ਕੋ
ਸ਼ੋਰ ਸੁਨਿਓ ਚਹੁ ਔਰ ਤੇ। ਇਧਰ ਜਿਹੜਾ ਸੁਲਤਾਨਪੁਰ ਨਗਰੀ ਉਹਦੇ ਚਾਰੇ ਤਰਫ ਚਾਰੇ ਪਾਸੇ ਜਿਹੜਾ ਗਮ ਦਾ ਹੀ ਸ਼ੋਰ ਸੁਣਿਆ ਜਾ ਰਿਹਾ ਹੈ। ਧਾਰਜ ਸ਼ੋਰ ਦਇਓ ਭਰ ਛਾਤੀ। ਧੀਰਜ ਸ਼ੋਰ ਜਿਹੜੀ ਹੈ ਛਾਤੀ ਸਭ ਦੀ ਭਰ ਆਈ ਹੈ, ਧੀਰਜ ਸਭ ਨੇ ਛੱਡੀ ਹੋਈ ਹੈ, ਹੌਸਲਾ। ਨਾਨਕੀ ਹੇਰ ਦਸ਼ਾ ਸਭ ਕੀ ਹੁਤ। ਨਾਨਕੀ ਹੇਰ ਦਸ਼ਾ ਸਭ ਕੀ। ਇਧਰ ਭੈਣ ਨਾਨਕੀ ਜੀ ਸਾਰਿਆਂ ਦੀ ਹਾਲਤ ਇਹੋ ਜਿਹੀ ਵੇਖ ਕੇ ਹੁਤ ਦਾਸੀ ਓ ਦਾਸ ਜੇ ਆਨ ਸੰਗਾਤੀ। ਜਿਹੜੇ ਆ ਦਾਸੀਆਂ ਸਨ ਘਰ ਵਿੱਚ ਦਾਸ ਤੇ ਹੋਰ ਸਕੇ ਸੰਬੰਧੀ ਪਤੀ ਭਾਈਆ ਜੈ ਰਾਮ ਜੀ, ਉਹਨਾਂ ਦੇ ਪਿਤਾ ਪਰਮਾਨੰਦ ਜੀ, ਇਹਨਾਂ ਸਾਰਿਆਂ ਦੀ ਭੈਣ ਨਾਨਕੀ ਜਿਹੜੀ ਇਹੋ ਜਿਹੀ ਹਾਲਤ ਵੇਖ ਕੇ ਵੀ ਸਾਰੇ ਬਹੁਤ ਵਿਰਲਾਪ ਕੁਰਲਾ ਰਹੇ ਹਨ। ਕੰਤ ਪਿਤਾ ਪੁਨ ਕੰਤ ਬਿਸੁਗਤ। ਬਸੂਰਤ ਪਾਠ ਇੱਥੇ ਕੰਤ ਪਿਤਾ ਜੋ ਪਤੀ ਦੇ ਪਿਤਾ ਭਾਵ ਪਰਮਾਨੰਦ ਜੀ ਜੋ ਭੈਣ ਨਾਨਕ ਜੀ ਦੇ ਸਹੁਰਾ ਜੀ ਹਨ, ਉਹ ਵੀ ਝੂਰ ਰਹੇ ਹੈ ਤੇ ਇੱਧਰ ਪਤੀ ਜੈ ਰਾਮ ਜੀ ਵੀ ਝੂਰ ਰਹੇ ਹਨ। ਸਦਰ ਕੀ ਤਰਨੀ ਬਿਲ ਲਾਤੀ। ਸੋਦਰ ਕੀ ਤਰਨੀ, ਤੇ ਪਾਠ ਗਲਤ ਹੈ ਵੀ ਸੋਦਰ ਜੋ ਭਰਾ ਹੈ, ਭਰਾ ਦੀ ਘਰ ਵਾਲੀ ਭਾਵ ਭਰਜਾਈ ਮਾਤਾ ਸੁਲੱਖਣੀ ਜੀ ਵੀ ਉਹ ਵੀ ਰੋ ਰਹੀ ਹੈ। ਬਾਹੇ ਗਹੇ ਸੋ ਪ੍ਰਬੋਧਤ ਪੀ। ਭੈਣ ਨਾਨਕ ਜੀ ਐਵੇਂ ਸਭ ਤੋਂ ਪਹਿਲਾਂ ਮਾਤਾ ਸੁਲੱਖਣੀ ਜੀ ਆਪਣੀ ਭਰਜਾਈ ਦੀ ਬਾਹੋਂ ਫੜ ਫੜ ਕੇ ਸਮਝਾਉਂਦੇ ਹੈ। ਸੁਮਤ ਤਜ ਸ਼ੋਕ ਸੁਨੋ ਮਮ ਬਾਤੀ। ਸੁਮਤੇ ਹੈ ਸਮਤ ਸ੍ਰੇਸ਼ਟ ਮਤ ਵਾਲੀ ਸੁਲੱਖਣੀ ਮੇਰੀ ਭਰਜਾਈ, ਆ ਗਮ ਨੂੰ ਛੱਡ ਦੇ ਤੇ ਮੇਰੀ ਗੱਲ ਨੂੰ ਸੁਣ ਧਿਆਨ ਦੇ ਕੇ। ਗਰਭਵਤੀ ਤੁਝ ਦੇਹ ਹੈ। ਇਹ ਮੇਰੀ ਭਰਜਾਈ ਹੁਣ ਇਸ ਵਕਤ ਜਿਹੜਾ ਤੇਰਾ ਸਰੀਰ ਹੈ ਨਾ ਉਹ ਗਰਭਵਤੀ ਹੈ, ਤੇਰੇ ਪੇਟ ਦੇ ਵਿੱਚ ਬੱਚਾ ਹੈ। ਬਹੁ ਸੰਕਟ ਦੇਨ ਨਾ ਯੋਗ ਲਖੀਜੈ। ਇਸ ਕਰਕੇ ਦੇਹ ਨੂੰ ਜਿਹੜਾ ਬਹੁਤਾ ਦੁੱਖ ਦੇਣਾ ਇਹ ਯੋਗ ਨਹੀਂ ਹੈ, ਤੂੰ ਜਾਣ ਲੈ। ਭੇਦ ਕਛੂ ਨਹ ਜਾਣਤ ਤਾਹੇ ਕੋ। ਇਹ ਮੇਰੀ ਭਰਜਾਈ ਤੂੰ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਦਾ ਆਪਣੇ ਪਤੀ ਦਾ ਕੋਈ ਭੇਦ ਨਹੀਂ ਤੂੰ ਜਾਣਦੀ। ਬਾਦ ਹੀ ਸ਼ੋਕ ਓ ਚਿੰਤ ਕਰੀਜੈ। ਐਵੇਂ ਵਿਅਰਥ ਵਿੱਚ ਹੀ ਗਮ ਤੇ ਜਿਹੜੀ ਚਿੰਤਾ ਉਹ ਤੁਸੀਂ ਸਾਰੇ ਕਰ ਰਹੇ ਹੋ। ਤੋ ਪਤ ਆਏ ਮਿਲੈ ਨਿਸ਼ਚੈ ਕਰ। ਤੂੰ ਮੇਰੀ ਗੱਲਾਂ ਤੇ ਯਕੀਨ ਭਰੋਸਾ ਕਰ, ਤੇਰੇ ਜਿਹੜੇ ਪਤੀ ਹੈ ਨਾ ਨਿਸ਼ਚੈ ਪੂਰਵਕ ਵੇਖੀ ਤੈਨੂੰ ਆ ਕੇ ਮਿਲ ਜਾਣਗੇ ਇੱਕ ਦੋ ਦਿਨਾਂ ਵਿੱਚ। ਸੀਖ ਯੋ ਮੇਰੀ ਹਿਰਦੈ ਦ੍ਰਿੜ ਲੀਜੈ। ਇਹ ਮੇਰੀ ਜਿਹੜੀ ਸਿੱਖਿਆ ਹੈ ਉਹਨੂੰ ਹਿਰਦੇ ਵਿੱਚ ਪੱਕਾ ਹੀ ਹੈ ਭਰਜਾਈ ਸੁਲੱਖਣੀ ਕਰ ਲੈ। ਤੀਨ ਦਿਨਾਂ ਲਗ ਹੈ ਸੋ ਕੁਮਾਰ। ਇਹ ਕੁਮਾਰ ਅਵਸਥਾ ਵਾਲੀ 3 ਦਿਨਾਂ ਤੱਕ ਤੂੰ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਨੂੰ ਢੀਕ। ਉਤਾਰ ਨਾ ਹਾਰ ਸ਼ਿੰਗਾਰ ਮਨੀਜੈ। ਜਿਹੜਾ ਹਾਰ ਹੈ ਇਹਨੂੰ ਨਾ ਲਾ, ਸ਼ਿੰਗਾਰ ਨਾ ਉਤਾਰ, ਸਗੋਂ ਗਹਿਣੇ ਨੂੰ ਪਾ ਲੈ, ਮੇਰੀ ਗੱਲ ਮੰਨ। ਹੇਤ ਸਮੇਤ ਕੇ ਸੀਖ ਸੋ ਦੇਤ ਹੈ। ਭੈਣ ਨਾਨਕੀ ਜਿਵੇਂ ਜਿਹੜੀ ਪਿਆਰ ਦੇ ਨਾਲ ਜਿਹੜੀ ਹੈ ਹੇਤ ਦੇ ਨਾਲ ਸਿੱਖਿਆ ਦਿੰਦੇ ਸਾਰਿਆਂ ਨੂੰ। ਨਾਨਕੀ ਹੇਰ ਸਭੈ ਪਰਿਵਾਰੋ। ਇੱਧਰ ਭੈਣ ਨਾਨਕੀ ਜੀ ਨੂੰ ਵੇਖ ਕੇ ਸਾਰਾ ਪਰਿਵਾਰ ਹੀ ਕੇ ਚਿਤ ਕਾਲ ਸੁਨੈ ਚੁੱਪ ਹੈ ਕਰ। ਚੁੱਪ ਹੋਇਆ ਕਰ। ਕੁਝ ਕੁ ਦੇ ਸਮਾਂ ਐਵੇਂ ਸੁਣ ਕੇ ਚੁੱਪ ਕਰ ਜਾਂਦੇ ਸਾਰੇ। ਜੇ ਬਚਨਾ ਹਿਤ ਕੇ ਸੁਖਕਾਰੂ। ਜੋ ਭੈਣ ਨਾਨਕੀ ਜੀ ਬਚਨ ਕਹਿੰਦੇ ਚੁੱਪ ਕਰਕੇ ਸਾਰਾ ਪਰਿਵਾਰ ਕੁਝ ਕੁ ਸਮਾਂ ਸੁਣ ਲੈਂਦੇ ਐ। ਤੇ ਜੋ ਭੈਣ ਨਾਨਕੀ ਦੇ ਜਿਹੜੇ ਬਚਨ ਹੈ ਆ ਭਲੇ ਵਾਸਤੇ ਤੇ ਸੁੱਖਾਂ ਨੂੰ ਕਰਨ ਵਾਸਤੇ ਹੈ। ਮੂਰਤ ਫੇਰ ਸਲੋਨੀ ਚਿਤਾਰ ਕੇ। ਫਿਰ ਗੁਰੂ ਨਾਨਕ ਸਾਹਿਬ ਜੀ ਦੀ ਸੁੰਦਰ ਜਿਹੜੀ ਮੂਰਤ ਹੈ ਇਹਨਾਂ ਨੂੰ ਯਾਦ ਕਰਕੇ ਚੇਤੇ ਕਰਕੇ। ਸ਼ੋਰ ਉਠਾ ਇੱਕ ਬਾਰ ਖਬਾਰੂ। ਜਦੋਂ ਚੇਤੇ ਜੇ ਆਉਂਦੀ ਯਾਦ ਜਿਹਾ ਕਰਕੇ ਇੱਕਦਮ ਹੀ ਫਿਰ ਬੜਾ ਸ਼ੋਰ ਜਿਹਾ ਉੱਠਦਾ, ਰੌਲੇ ਜਿਹਦਾ ਰੋਣ ਲੱਗ ਪੈਂਦੇ ਐ।
ਖੜਬੜਾਹਟ ਮਚ ਜਾਂਦੀ ਹੈ। ਜੋ ਪੁਰ ਮੈਂ ਸੁਨਾ ਸ਼੍ਰੋਣ ਵਿਖਾ ਸੋ। ਜਿਹੜੇ ਸੁਲਤਾਨਪੁਰ ਦੇ ਸ਼ਹਿਰ ਵਿੱਚ ਜਿਹੜਾ ਵੀ ਕੋਈ ਆਪਣੇ ਕੰਨਾਂ ਵਿੱਚ ਸੁਣਦਾ ਹੈ ਮਹਾਰਾਜ ਜੀ ਬਾਰੇ, ਰੋਏ ਉਠੈ ਗੁਣ ਭਾਖ ਉਚਾਰ। ਉਹ ਸੁਣਦਿਆਂ ਸਾਰੀ ਰੋ ਉੱਠਦਾ ਤੇ ਗੁਰੂ ਜੀ ਦੇ ਗੁਣਾਂ ਨੂੰ ਕਹਿੰਦਾ, ਮੁਖੋਂ ਵੀ ਬਹੁਤ ਚੰਗੇ ਸਨ, ਨੇਕ ਸਨ, ਗਿਆਨੀ ਸਨ, ਤੇ ਗੁਰੂ ਜੀ ਦੇ ਕਰਤੱਵ ਨੂੰ ਉਚਾਰਨ ਕਰਦੇ ਐ ਸਾਰੇ। ਕੇਉਕ ਮੀਤ ਹੁਤੇ ਸੋ ਰੋਤ ਹੈ। ਕੁਝ ਕੁ ਜਿਹੜੇ ਮਹਾਰਾਜ ਦੇ ਮਿੱਤਰ ਸਨ ਸੁਲਤਾਨਪੁਰ ਵਿੱਚ, ਉਹ ਵੀ ਵਿਚਾਰੇ ਰੋਂਦੇ ਹੈ। ਆਪਨ ਪੈ ਮਿਲ ਬੈਸਤ ਬ੍ਰਿੰਦਾ। ਆਪੋ ਹੱਟ ਦੇ ਵਿੱਚ ਮਿਲ ਕੇ ਸਾਰੇ ਬੈਠਦੇ ਤੇ ਉੱਥੇ ਬੈਠ ਬੈਠ ਕੇ ਗੁਰੂ ਜੀ ਨੂੰ ਯਾਦ ਕਰਦੇ ਤੇ ਰੋਂਦੇ ਹਨ। ਕੋਕ ਆਨ ਆਵਾਸ ਬਿਖਾ ਕਹਾ। ਕੁਝ ਕੁ ਜਿਹੜੇ ਗੁਰੂ ਜੀ ਨਾਲ ਪ੍ਰੇਮ ਕਰਨ ਵਾਲੇ ਹੈ, ਉਹ ਭਾਈਆ ਜੈ ਰਾਮ ਜੀ ਦੇ ਘਰ ਵਿੱਚ ਆ ਕੇ ਕਹਿੰਦੇ ਹਨ। ਬੈਨ ਜੈ ਰਾਮ ਸੋ ਤਾਤ ਮੰਦਾ। ਉਹ ਬਚਨ ਕਹਿੰਦੇ ਬੈਠ ਕੇ ਕਿ ਜੈ ਰਾਮ ਜੀ, ਭਰਾ ਇਹ ਤੇ ਬਹੁਤ ਮਾੜਾ ਹੀ ਹੋਇਆ ਮਹਾਰਾਜ ਵੱਲੋਂ। ਕੈਸੇ ਅਚਾਨਕ ਰੀਤ ਬਣੀ। ਉਹ ਜੈ ਰਾਮ ਵੀ ਇਹ ਗੁਰੂ ਮਹਾਰਾਜ ਤੇ ਰੋਜ਼ ਹੀ ਇਸ਼ਨਾਨ ਕਰਨ ਜਾਂਦੇ ਸੀ, ਅੱਜ ਅਚਾਨਕ ਕਿਵੇਂ ਇਹੋ ਜਿਹੀ ਰੀਤੀ ਜੇ ਬਣ ਗਈ ਹੈ। ਇਸ਼ਨਾਨ ਕਰਾਂ ਨਿਤ ਬੇਦਨ ਇੰਦਾ। ਆ ਸਾਡੇ ਬੇਦੀਆਂ ਦੀ ਕੁਲ ਦੇ ਚੰਦਰਮਾ ਗੁਰੂ ਨਾਨਕ ਸਾਹਿਬ ਜੀ ਤੇ ਹਮੇਸ਼ਾ ਨਦੀ ਵਿੱਚ ਇਸ਼ਨਾਨ ਕਰਨ ਜਾਇਆ ਕਰਦੇ ਸੀ ਅੰਮ੍ਰਿਤ ਵੇਲੇ, ਤੇ ਅੱਜ ਬੜਾ ਅਚਾਨਕ ਕੀ ਰੀਤੀ ਜੀ ਬਣ ਗਈ ਹੈ, ਪੁੱਠੀ ਜੀ ਗੱਲ। ਦੇਹ ਬਹੋਰ ਨਾ ਹੱਥ ਲੱਗੀ। ਵੀ ਇੱਕ ਵਾਰ ਟੁਬਕੀ ਮਾਰੀ ਨਦੀ ਵਿੱਚ ਤੇ ਫਿਰ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਵੀ ਹੱਥ ਹੀ ਨਹੀਂ ਲੱਗਾ। ਬਹੁ ਕੀਨ ਉਪਾਏ ਹੋਵੈ ਠਾਂਡ ਨਰਿੰਦਾ। ਇਸ ਤਰ੍ਹਾਂ ਵੀ ਸੁਣਿਆ ਵੀ ਜਿਹੜਾ ਨਵਾਬ ਦੌਲਤ ਖਾਂ ਨੇ ਖੜਿਆਂ ਹੋ ਕੇ ਬਹੁਤ ਜਿਹੜੇ ਉਪਾਏ ਹੀਲੇ ਕੀਤੇ ਆ, ਬੜੇ ਜਾਲ ਆਦਿਕ ਵਿਛਾਏ ਸਨ, ਪਰ ਮਹਾਰਾਜ ਦੀ ਜਿਹੜੀ ਦੇਹ ਹੈ ਉਹ ਵੀ ਤਾਂ ਵੀ ਕਹਿੰਦੇ ਹੱਥ ਨਹੀਂ ਲੱਗੀ। ਦੋਹਰਾ ਅਸ ਪ੍ਰਕਾਰ ਸਭ ਮਾਨ ਕੈ। ਇਸ ਤਰ੍ਹਾਂ ਗੁਰੂ ਜੀ ਦਾ ਵੀ ਗੁਰੂ ਜੀ ਤੇ ਰਹੇ ਨਹੀਂ ਹੈ ਜਾਣ ਕੇ ਸਾਰੇ। ਅਚਰਜ ਔਰ ਨਰ ਨਾਰ। ਸਭ ਮਾਈ ਭਾਈ ਉੱਥੇ ਤੇ ਹੈਰਾਨ ਹੋ ਰਹੇ ਹਿਰਦੇ ਵਿੱਚ। ਕੋਇਕ ਸੋ ਜਸ ਉਚਾਰਹੀਂ। ਕੋਈ ਜਿਹੜੇ ਪ੍ਰੇਮ ਕਰਨ ਵਾਲੇ ਉਹਦੇ ਮਹਾਰਾਜ ਦਾ ਸ੍ਰੇਸ਼ਟ ਜਸ ਮੁਖੋਂ ਕਹਿੰਦੇ ਵੀ ਗੁਰੂ ਮਹਾਰਾਜ ਵਰਗਾ ਤੇ ਕੋਈ ਨਹੀਂ ਹੋਣਾ ਦੁਨੀਆ ਵਿੱਚ। ਕੋਇਕ ਨਿੰਦਾ ਗੁਵਾਤ। ਕੋਇਕ ਨਿੰਦਾ ਗੁਵਾਰ। ਕੁਝ ਜਿਹੜੇ ਮੂਰਖ ਲੋਕ ਹੈ ਨਾ, ਨਿੰਦਕ ਲੋਕ, ਉਹ ਗੁਰੂ ਜੀ ਨੂੰ ਨਿੰਦਦੇ ਭੰਡਦੇ ਹਨ। ਸਵਈਆ ਹੋਰ ਰੋਰ ਪਰਾ ਬਿਸਮਾਦ ਹਿਰਦਾ। ਰੋਰ ਨਹੀਂ ਰੌਰ। ਪੂਰੀ ਸੁਲਤਾਨਪੁਰ ਦੇ ਵਿੱਚ ਤੇ ਰੌਲਾ ਪਿਆ ਹੋਇਆ ਹੈ, ਸਾਰੇ ਹਿਰਦਿਆਂ ਵਿੱਚ ਅਚਰਜੀ ਹੋ ਰਹੇ ਹੈ। ਤਨ ਖੋਜ ਰਹੇ ਕਿਤ ਹੱਥ ਨਾ ਆਇਓ। ਰੌਲਾ ਪਿਆ ਹੋਇਆ ਵੀ ਗੁਰੂ ਜੀ ਦਾ ਜਿਹੜਾ ਸਰੀਰ ਸੀ ਨਾ, ਉਹਦੇ ਖੋਜ ਰਹੇ ਲੱਭ ਰਹੇ ਹੈ, ਕਿਤੇ ਹੱਥ ਹੀ ਨਹੀਂ ਆਇਆ ਕਿਸੇ ਦੇ। ਨਰ ਨਿੰਦਕ ਜੇ ਨਹ ਬਿੰਦਕ ਭੇਦ ਕੋ। ਜਿਹੜੇ ਮਨੁੱਖ ਨਿੰਦਕ ਸਨ, ਨਿੰਦਿਆ ਕਰਨ ਵਾਲੇ, ਜਿਹੜੇ ਗੁਰੂ ਮਹਾਰਾਜ ਦੇ ਭੇਦ ਨੂੰ ਨਹੀਂ ਜਾਣਦੇ ਵੀ ਗੁਰੂ ਤੇ ਪਰਮੇਸ਼ਰ ਹੈ ਮਹਾਨ। ਤਿੰਦਕ ਮੋਹ ਜਿਨੈ ਗਰਸਾਇਓ। ਜਿਨ੍ਹਾਂ ਮੂਰਖ ਲੋਕਾਂ ਨੂੰ ਮੋਹ ਰੂਪੀ ਤੰਦੂਏ ਨੇ ਆ ਗਰਸਿਆ ਹੋਇਆ, ਪਕੜਿਆ ਹੈ ਤਾਰਾ ਮਾਰ ਕੇ। ਮੁਖ ਬੈਨ ਲਾਏ ਸੁਨਾਏ ਕਹੈ। ਉਹ ਇਕੱਠੇ ਟੋਲੀਆਂ ਜੇ ਬਣਾ ਕੇ ਮੁਖੋਂ ਬਚਨ ਕਹਿੰਦੇ ਤੇ ਸੁਣਾ ਕੇ ਕਹਿੰਦੇ ਇੱਕ ਦੂਜੇ ਨੂੰ। ਸੋ ਗਵਾਏ ਬਿਤੰ ਬਹਰੋ ਪਛਤਾਏ। ਉਹ ਐਵੇਂ ਨਾ ਗੱਲਾਂ ਬਣਾਓ, ਗੱਲ ਤੇ ਸਿੱਧੀ ਜੀ ਆ ਹੈ ਵੀ ਉਹਨਾਂ ਨੇ ਨਾ ਪੈਸਾ ਬਹੁਤ ਗਵਾ ਲਿਆ ਹੈ, ਲੋਕਾਂ ਨੂੰ ਲਟਾ ਲਿਆ ਤੇ ਮੁੜ ਪਛਤਾਇਆ ਮੋਦੀ। ਜਲ ਡੂਬ ਗਇਓ ਨਿਜ ਪ੍ਰਾਨ ਹਯੋ। ਫਿਰ ਵੀ ਦੁਖੀ ਹੋਇਆ, ਬੜਾ ਪਛਤਾਇਆ ਵੀ ਕਿੱਥੋਂ ਭਰਾਂਗਾ। ਇਸੇ ਕਰਕੇ ਵੇਈ ਨਦੀ ਦੇ ਜਲ ਵਿੱਚ ਡੁਬਕੀ ਮਾਰ ਕੇ ਡੁੱਬ ਗਏ ਐ, ਪ੍ਰਾਣ ਆਪਣੇ ਖਤਮ ਕਰ ਲਏ ਉਹਨਾਂ ਨੇ। ਨਾ ਕਲੇਸ਼ ਪਇਓ ਮਨ ਯੋ ਸਮਝਾਇਓ। ਮਨ ਨੂੰ ਉਹਨਾਂ ਨੇ ਐਵੇਂ ਸਮਝਾਇਆ ਵੀ ਜੇ ਜਿੰਦੇ ਰਹੇ ਤੇ ਕਲੇਸ਼ ਪਊ, ਨਵਾਬ ਦੌਲਤ ਖਾਂ ਫੜੀ ਫਿਰੂਗਾ, ਇਹਨੂੰ ਚੰਗਾ ਮਰ ਖਾ ਵੀ ਜਾਈਏ, ਵੀ ਕਲੇਸ਼ ਨਾ ਪਾਈਏ, ਤਾਈਓ ਡੁੱਬ ਗਏ ਹਨ। ਟੋਟਾ ਵੱਡੋ ਪਿਖ ਰੱਟ ਹੈ ਕਿ ਡਰ। ਨਿੰਦਕ ਐਵੇਂ ਕਹਿੰਦੇ ਉਹਨਾਂ ਨੇ ਵੱਡਾ ਹੀ ਟੋਟਾ ਵੇਖਿਆ, ਘਾਟਾ ਵੇਖਿਆ ਆਪਣਾ, ਤੇ ਨਾਲੇ
ਜਿਹੜਾ ਨਵਾਬ ਦੌਲਤ ਖਾਂ ਬੜਾ ਸਖਤ ਇਹਦਾ ਵੀ ਡਰ ਕੀਤਾ ਹੈ। ਨਾਹੀਂ ਟਿਕਿਓ ਟਕ ਟਕ ਕਰੀ ਰਤ। ਤੇ ਇਸੇ ਕਰਕੇ ਤੋਂ ਟਿਕੇ ਨਹੀਂ ਹੈ। ਤੇ ਜਿਹੜੀ ਆ ਪਰਿਵਾਰ ਦੀ ਪ੍ਰੀਤੀ ਸੀ ਨਾ, ਜਿਹੜੇ ਲੋਕ ਪ੍ਰੇਮ ਕਰਦੇ ਸੀ, ਉਹ ਪ੍ਰੀਤੀ ਨੂੰ ਤਾਂ ਟੁੱਕ ਟੁੱਕ ਕੇ ਆ ਟੋਟੇ ਟੋਟੇ ਕਰਕੇ ਰੱਖ ਦਿੱਤਾ ਉਹਨਾਂ। ਟੋਰ ਫਿਰੇ ਤਟ ਉਹ ਘਟ ਘਾਟ। ਆ ਵੇਖ ਲੋ ਚੰਗੇ ਚੰਗੇ ਜਿਹੜੇ ਤਾਰੂ ਸਨ, ਉਹਨਾਂ ਨੇ ਜਾਲ ਵਿਛਾ ਕੇ ਆ ਨਦੀ ਦੇ ਘਾਟ ਤੇ ਕਿਨਾਰਿਆਂ ਤੇ ਲੱਭ ਲੱਭ ਕੇ ਫਿਰੇ ਐ ਸਭ। ਗਇਓ ਕਿਤ ਬਾਟ ਨਾ ਜਾਣਤ ਕੋ ਗਤ। ਆ ਕੋਈ ਗੱਲ ਹੀ ਨਹੀਂ ਜਾਣਦਾ, ਕੋਈ ਇਹ ਗੱਲ ਨੂੰ ਜਾਣ ਹੀ ਨਹੀਂ ਸਕਿਆ ਅਵਸਥਾ ਹਾਲਤ ਨੂੰ ਵੀ ਕਿਸ ਰਸਤੇ ਚਲੇ ਗਏ ਗੁਰੂ ਨਾਨਕ। ਕੋਟ ਗਟੀ ਚੱਡ ਹੈ ਹਟ ਹੈ। ਐਵੇਂ ਲੋਕਾਂ ਵਿੱਚ ਗੱਲਾਂ ਹੁੰਦੀਆਂ, ਕਰੋੜਾਂ ਗਿਣਤੀਆਂ ਗਿਣਦੇ ਆ, ਕੋਈ ਗਿਣਤੀਆਂ ਚੜ ਰਹੀਆਂ, ਕੋ ਹਟ ਰਹੀਆਂ, ਮੁੜ ਰਹੀਆਂ ਹਨ। ਘਟ ਕਾਨ ਜੈ ਰਾਮ ਸੁਨੇ ਬਤੀਆਂ ਇਤ। ਬਤੀਆਂ ਇਤ। ਇੱਧਰ ਭਾਈਆ ਜੈ ਰਾਮ ਜੀ ਜਦੋਂ ਇਸ ਤਰ੍ਹਾਂ ਦੀਆਂ ਨਿੰਦਕਾਂ ਦੀਆਂ ਗੱਲਾਂ ਸੁਣਦਾ ਤੇ ਦਿਲ ਵਿੱਚ ਮਨ ਹੋ ਕਾਵ ਮੈਂ ਲੋਨ ਲਗਾਵਤ। ਉਹ ਜਿਹੜੇ ਲੋਕ ਨਿੰਦਕ ਗੱਲਾਂ ਕਰਦੇ, ਉਹ ਗੱਲਾਂ ਨਹੀਂ ਕਰਦੇ, ਉਹ ਤੇ ਐਵੇਂ ਹੈ ਜਿਵੇਂ ਕਿਸੇ ਨੂੰ ਫੱਟ ਬੜੇ ਵੱਡੇ ਲੱਗੇ ਹੋਣ ਤੇ ਲੂਣ ਲਾਵੇ ਕੋਈ ਤੇ ਤੜਫੇ ਮਨੁੱਖ। ਇਹ ਨਿੰਦਕ ਲੋਕ ਗੱਲਾਂ ਕਰ ਕਰਕੇ ਉਹ ਫੱਟ ਦੇ ਉੱਪਰ ਜਿਹੜਾ ਲੂਣ ਹੀ ਲਾ ਰਹੇ ਹੈ। ਸੀਸ ਤਨੈ ਚਿਤ ਖੇਦ ਭਇਓ ਵਤ। ਸੀਸ ਧੁਨੈ, ਸੀਸ ਭਾਈਆ ਜੈ ਰਾਮ ਜਿਵੇਂ ਹਿਲਾਉਂਦੇ ਸਿਰ ਨੂੰ ਤੇ ਚਿੱਤ ਦੇ ਵਿੱਚ ਤੇ ਬੜਾ ਦੁੱਖ ਹੀ ਹੋ ਰਿਹਾ ਹੈ। ਰੋਜ਼ ਫਕੀਰਨ ਕੋ ਜੋ ਖਵਾਵਤ। ਇਧਰੋਂ ਨਿੰਦਕ ਲੋਕ ਆ ਕੇ ਟੋਲੀ ਬਣਾ ਕੇ ਆਲਾ ਦੁਆਲਾ ਘੱਤ ਲੈਂਦੇ, ਕਹਿੰਦੇ ਐ ਜੈ ਰਾਮ ਐਵੇਂ ਉਹ ਤੁਹਾਡਾ ਰਿਸ਼ਤੇਦਾਰ ਗੁਰੂ ਨਾਨਕ ਜੋ ਸੀ, ਆ ਜਿਹੜੇ ਨੰਗ ਮਲੰਗ ਫਕੀਰ ਉਹਨਾਂ ਨੂੰ ਖਵਾਈ ਪਿਆਈ ਜਾਂਦਾ ਸੀ। ਆਵਤ ਨਾਹੇ ਰਸਾਇਣ ਕਾਈ। ਪਿਆ ਕੋਈ ਜਿਹੜੇ ਰਸਾਇਣ ਥੋੜੀ ਉਹਨਾਂ ਦੇ ਹੱਥ ਵਿੱਚ ਆਏ ਹੋਏ ਸੀ, ਪਿਓ ਪਾਰਾ ਮਾਰ ਕੇ ਤੇ ਤਾਂਬੇ ਨੂੰ ਸੋਨਾ ਕਰ ਲੈਂਦੇ ਤੇ ਸੌਦਾ ਲਈ ਆਉਂਦੇ। ਭੈ ਨਾ ਕਰਿਓ ਭਵਦਾਨੀ ਭਇਓ। ਉਹਨਾਂ ਨੇ ਤੇ ਆ ਭੈ ਨਹੀਂ ਕੀਤਾ, ਨਵਾਬ ਦੌਲਤ ਖਾਂ ਦਾ ਡਰ ਹੀ ਨਹੀਂ ਮੰਨਿਆ ਕਿਸੇ ਦਾ ਸੰਸਾਰ ਵਿੱਚ, ਐਵੇਂ ਵੱਡਾ ਦਾਨੀ ਹੋਇਆ ਰਿਹਾ। ਧਨ ਭੂਪਤ ਭਾਰੀ ਜਿਉ ਭੂਰ ਲੁਟਾਈ। ਆ ਜਿਹੜਾ ਨਵਾਬ ਦੌਲਤ ਖਾਂ ਦਾ ਧਨ ਭਾਰੀ ਬਹੁਤ ਜ਼ਿਆਦਾ ਹੀ ਐਵੇਂ ਲੁਟਾ ਗਵਾ ਗਿਆ। ਗ੍ਰਾਮ ਕੋ ਰਾਜ ਨਾ ਕਾਜ ਬਿਆਜ ਕੋ। ਪਿਆ ਬਗਾਨੇ ਥਾਂ ਕੇ ਕੋਈ ਪਿੰਡ ਦਾ ਥੋੜਾ ਰਾਜ ਹੈ ਜਾਂ ਕੋਈ ਜਿਹੜਾ ਵੀ ਵਿਆਜ ਦਾ ਥੋੜਾ ਕੰਮ ਹੈ। ਆਜ ਪਿਖੀ ਇਸ ਕੀ ਪ੍ਰਭਤਾਈ। ਉਹ ਜੈ ਰਾਮ ਅੱਜ ਵੇਖੀ ਇਹਦੀ ਵਡਿਆਈ ਤੇਰੇ ਰਿਸ਼ਤੇਦਾਰ ਗੁਰੂ ਨਾਨਕ ਸਾਹਿਬ ਦੀ। ਆਨਨ ਨਿੰਦ ਬਕੈ ਬਿਨ ਬਿੰਦ। ਜਿਹੜੇ ਗੁਰੂ ਮਹਾਰਾਜ ਨੂੰ ਜਾਣਦੇ ਨਹੀਂ, ਬਿਨਾਂ ਜਾਣੇ ਹੋਏ ਨਿੰਦਕ ਲੋਕ ਨਿੰਦਿਆ ਮੂੰਹ ਬਕਵਾਸ ਕਰੀ ਜਾਂਦੇ ਹਨ। ਮੁਕੰਦ ਕੋ ਭੇਦ ਲਖਿਓ ਨਹਿ ਜਾਈ। ਜੋ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਹੈ, ਉਹਨਾਂ ਦਾ ਭਾਈ ਭੇਦ ਜਾਣਿਆ ਨਹੀਂ ਜਾਂਦਾ, ਇਹ ਥੋੜੀ ਮੱਤ ਵਾਲੇ ਲੋਕ ਹੀ ਜਾਣਨ। ਦੋਹਰਾ ਨਗਰ ਨਰਨ ਪਰਿਵਾਰ ਪੁਨ। ਇੱਧਰ ਨਗਰ ਦੇ ਸਾਰੇ ਮਾਏ ਭਾਈ ਤੇ ਪਰਿਵਾਰ ਦੇ ਲੋਕ ਸਭ ਕੀ ਦਸ਼ਾ ਵਿਚਾਰ। ਸਾਰਿਆਂ ਦੀ ਇਹੋ ਜਿਹੀ ਹਾਲਤ ਨੂੰ ਵਿਚਾਰ ਦੇਖ ਕੇ ਦਤੀ ਰੈਨ ਮਹਿ ਨਾਨਕੀ। ਦੁੱਤੀ ਰੈਣ ਮਹਿ ਨਾਨਕੀ, ਦੂਜੀ ਰਾਤ ਦੇ ਵਿੱਚ ਭੈਣ ਨਾਨਕੀ ਜੀ ਧਰਿਓ ਧਿਆਨ ਸੁਖਸਾਰ। ਸੁੱਖਾਂ ਨੂੰ ਦੇਣ ਵਾਲੇ, ਜੋ ਸ੍ਰੇਸ਼ਟ ਸੁੱਖ ਨੂੰ ਬਖਸ਼ਣ ਵਾਲੇ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੇ ਚਰਨਾਂ ਦਾ ਧਿਆਨ ਕੀਤਾ ਹੈ ਭੈਣ ਨਾਨਕੀ ਜੀ ਨੇ। ਸਵਈਆ ਹੇ ਜਗ ਬੰਦ ਪ੍ਰਭ ਸੁਖ ਕੰਦ। ਹੇ ਜਗਤ ਦੇ ਬੰਦਨਾ ਜੋਗ ਨਮਸਕਾਰ ਜੋਗ, हे प्रभु परमेश्वर सुखां दे कंद कहिए दाते बदल। मुकंद आनंद को दासन दानी। हे मुक्ति दाते ते अपने दासां नूं आनंद दा दान देण वाले महाराज। श्री करतार मुरार अगार। श्री करता हरता परमेश्वर करतार, मुर आदक दैंत वैरियां नूं मारन वाले जी। दयो अवतार सो मैं मन मानी। मैं ते मन विच इवें मन्निया कि हे परमेश्वर रूप गुरु नानक साहब जी, तुसां ने ते आ भले वास्ते अवतार लिया है,
ਉਸ ਨੇ ਅਵਤਾਰ ਲਿਆ ਜਿਨੇ ਮੋਰਾਦਿਕ ਦੈਂਤ ਵੈਰੀਆਂ ਨੂੰ ਮਾਰਿਆ ਹੈ, ਖਤਮ ਕੀਤਾ। ਜੇ ਸ਼ਰਧਾ ਮਮ ਸਾਚ ਹਿਰਦੇ ਮਹਿ, ਇਹ ਪਰਮੇਸ਼ਰ ਜੇ ਮੇਰੇ ਹਿਰਦੇ ਵਿੱਚ ਸੱਚੀ ਹਿਰਦੇ ਵਿੱਚ ਸ਼ਰਧਾ ਹੈ ਤੋ ਪ੍ਰਗਟੋ ਪ੍ਰਭਾਤ ਮਹਾਨੀ। ਗੁਰੂ ਨਾਨਕ ਸਾਹਿਬ ਜੀ ਆ ਵੱਡੀ ਸਵੇਰ ਅੰਮ੍ਰਿਤ ਵੇਲੇ ਤੁਸੀਂ ਪ੍ਰਗਟ ਹੋ ਜੋ, ਜੇ ਮੇਰੇ ਹਿਰਦੇ ਵਿੱਚ ਸ਼ਰਧਾ ਹੈ ਵੱਡੀ। ਸ਼ੋਕ ਹਰੋ ਨਿਜ ਲੋਕਨ ਕੋ, ਜਿਹੜੇ ਆਪਣੇ ਲੋਕ ਆਪਣੇ ਦਾਸ ਹਨ, ਆਪਣੇ ਦਾਸਾਂ ਦੇ ਮਹਾਰਾਜ ਸਾਰੇ ਸੋਗ ਗਮ ਹਰ ਦਿਓ, ਨਾਸ ਕਰ ਦਿਓ। ਸਹਿ ਸ਼ੋਕ ਕਰੋ ਜਿਉ ਮੂਡ ਗਮਾਨੀ, ਜਿਉ ਮੂਡ ਗਮਾਨੀ, ਜਿਹੜੇ ਮੂਰਖ ਹੈ ਨਾ ਮਾਨੀ ਲੋਕ, ਇਹਨਾਂ ਨੂੰ ਸੋਕਾਂ ਦੇ ਸੈਦ ਕਰ ਦਿਓ ਤੇ ਆਪਣੇ ਦਾਸਾਂ ਦੇ ਗਮ ਜਿਹੜੇ ਨਾਸ ਕਰ ਦਿਓ। ਦੀਨ ਦਿਆਲ ਸਦਾ ਅਰਕਾਲ, ਹੇ ਮਹਾਰਾਜ ਤੁਸੀਂ ਤੇ ਗਰੀਬਾਂ ਦੇ ਦਿਆਲਤਾ ਕਰਨ ਵਾਲੇ ਹੋ, ਸਦਾ ਵੈਰੀਆਂ ਨੂੰ ਮਾਰਨ ਵਾਲੇ ਹੋ। ਸਬੈ ਤੇ ਵਿਸਾਲ ਬਹੀਨ ਅਲੰਕਾਰ, ਸਾਰਿਆਂ ਤੋਂ ਤੁਸੀਂ ਵੱਡੇ ਹੋ ਤੇ ਕਲੰਕ ਤੋਂ ਤੁਸੀਂ ਰਹਿਤ ਹੋ ਜੀ। ਏ ਜਨ ਲਾਲ ਪਖੰਡਨ ਸਾਲ, ਹੇ ਆਪਣੇ ਦਾਸਾਂ ਦੇ ਪਿਆਰੇ ਦੇ ਪਖੰਡੀ ਲੋਕਾਂ ਨੂੰ ਦੁੱਖ ਦੇਣ ਵਾਲੇ ਮਹਾਰਾਜ। ਹਰੈ ਜਮ ਜਾਲ ਕਰਾਲ ਤੰਕਾ, ਜਮ ਦੇ ਜਾਲ ਨੂੰ ਨਾਸ ਕਰਨ ਵਾਲੇ ਤੇ ਭਿਆਨਕ ਭੈ ਨੂੰ ਹੀ ਖਤਮ ਕਰਨ ਵਾਲੇ ਮਹਾਰਾਜ। ਜੇ ਕਲ ਕਾਲ ਕੁਚਾਲ ਮਹਾ, ਮਹਾਰਾਜ ਜਿਹੜਾ ਕਲਯੁਗ ਦਾ ਸਮਾਂ ਹੈ ਨਾ, ਇਹਦੇ ਵਿੱਚ ਦੇ ਮਹਾਨ ਖੋਟੀ ਚਾਲ ਹੀ ਚੱਲੀ ਜਾ ਰਹੀ ਹੈ। ਅਗ ਜਾਲ ਭਏ ਨਰ ਹੁਵੈ ਮਤ ਰੰਕਾ, ਲੋਕ ਜਿਹੜੇ ਸਾਰੇ ਪਾਪੀ ਹੋ ਗਏ ਐ ਤੇ ਲੋਕਾਂ ਦੀ ਜਿਹੜੀ ਮੱਤ ਹੈ ਨਾ ਉਹ ਤੇ ਕੰਗਾਲ ਹੋ ਗਈ ਗਿਆਨ ਵੱਲੋਂ। ਸੋ ਉਬਾਰਨ ਕਾਰਨ ਰਾਵਰ, ਉਸ ਜਿਹੜੇ ਲੋਕ ਇਹੋ ਜਿਹੇ ਮੰਦੀ ਮੱਤ ਵਾਲੇ ਹੋ ਗਏ ਉਹਨਾਂ ਨੂੰ ਬਚਾਉਣ ਦੇ ਵਾਸਤੇ ਆਪ ਜੀ ਕਾਇਆ ਧਰੀ ਮਖ ਚਾਰ ਮਯੰਕਾ, ਮੁਖ ਚਾਰ ਮਯੰਕਾ, ਆਪ ਜੀ ਨੇ ਸਰੀਰ ਧਾਰਨ ਕੀਤਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਤੁਹਾਡਾ ਜਿਹੜਾ ਮੁਖ ਹੈ ਉਹ ਸੋਹਣੇ ਚੰਦਰਮਾ ਦੇ ਸਮਾਨ ਹੈ ਸੀ। ਦੋਹਰਾ ਅਸ ਪ੍ਰਕਾਰ ਤਨ ਤਜਨ ਕੋ, ਹੇ ਮਹਾਰਾਜ ਵੀ ਇਸ ਤਰ੍ਹਾਂ ਸੁੱਤੇ ਸਿੱਧੇ ਬਿਨਾ ਪਤਾ ਦੱਸੇ ਤੋਂ ਜਿਹੜਾ ਤੁਹਾਡਾ ਸਰੀਰ ਛੱਡਣਾ ਹੈ। ਕਿਉਂ ਤੁਮਰੋ ਬਨ ਆਏ, ਮਹਾਰਾਜ ਤੁਹਾਨੂੰ ਤੇ ਬਣ ਨਹੀਂ ਆਉਂਦਾ, ਕਿਵੇਂ ਤੁਹਾਨੂੰ ਬਣ ਆਇਆ ਵੀ ਸਰੀਰ ਛੱਡ ਕੇ ਚਲੇ ਜਾਈਏ ਬਿਨਾ ਦੱਸੇ। ਕੈਸੇ ਅੰਤਰ ਧਿਆਨ ਭੇ, ਹੇ ਮਹਾਰਾਜ ਤੁਸੀਂ ਕਿਵੇਂ ਅੰਤਰ ਧਿਆਨ ਹੋ ਗਏ, ਗੁਪਤੀ ਹੋ ਗਏ ਹੋ। ਆਵੋ ਦਰਸ ਦਿਖਾਏ, ਹੁਣ ਮਿਹਰ ਕਰ ਦਿਓ, ਆਪਣਾ ਮਹਾਨੀ ਦਰਸ਼ਨ ਦਿਖਾ ਦਿਓ ਜੀ। ਬਾਰਜ ਬਨ ਪਰਿਵਾਰ ਨਿਜ, ਇਹ ਜੋ ਤੁਹਾਡਾ ਆਪਣਾ ਪਰਿਵਾਰ ਮਹਾਰਾਜ ਦੇ ਕਮਲ ਦਾ ਬਗੀਚਾ ਹੈ ਬੜਾ ਸੋਹਣਾ। ਸਰਬ ਗਇਓ ਕੁਮਲਾਏ, ਇਹ ਸਾਰਾ ਕੁਮਲਾ ਗਿਆ, ਜਿਵੇਂ ਸੂਰਜ ਤੋਂ ਬਿਨਾ ਕਵਲ ਫੁੱਲਾਂ ਦੀ ਬਗੀਚੀ ਕੁਮਲਾ ਜਾਂਦੀ ਹੈ, ਤੁਹਾਡੇ ਬਿਨਾ ਮਹਾਰਾਜ ਇਹ ਸਾਰਾ ਪਰਿਵਾਰ ਹੀ ਕੁਮਲਾ ਗਿਆ ਹੈ। ਹੋਰ ਪ੍ਰਭਾਕਰ ਸੇ ਮਿਲੋ, ਇਸ ਕਰਕੇ ਆ ਚੜ੍ਹਦੇ ਸੂਰਜ ਵਾਂਗ ਹੀ ਆਪਣੇ ਪਰਿਵਾਰ ਬਗੀਚੇ ਨੂੰ ਮਿਲੋ ਜੀ। ਬਦਨ ਸੋ ਸ਼ਬ ਬਿਕਸਾਏ, ਜਿਹੜਾ ਮੁਖ ਹੈ ਬੜਾ ਸੋਹਣਾ ਨੂੰ ਖਿੜਾ ਕੇ ਮਿਲੀਏ। ਦੋਹਰਾ ਬੰਦ ਹਾਥ ਦਵੈ ਬੰਦ ਹੀ, ਇਸ ਤਰ੍ਹਾਂ ਭੈਣ ਨਾਨਕੀ ਜੀ ਦੋਵੇਂ ਹੱਥਾਂ ਨੂੰ ਬੰਨ ਜੋੜ ਜੋੜ ਕੇ ਧਰ ਪਰ ਧਰ ਕਰ ਸੀਸ, ਸੀਸ ਨੂੰ ਧਰਤੀ ਉੱਪਰ ਰੱਖ ਕੇ ਮੱਥਾ ਟੇਕਦੀ ਹੈ ਭੈਣ ਨਾਨਕੀ ਬਾਰ-ਬਾਰ। ਕਰੀ ਪ੍ਰਤੱਗਿਆ ਮੈਂ ਜੋ ਮੁਖ, ਹੇ ਮਹਾਰਾਜ ਪਰਮ ਪਿਤਾ ਪਰਮੇਸ਼ਰ ਜੋ ਮੈਂ ਮੁਖ ਤੋਂ ਪ੍ਰਤੱਗਿਆ ਪ੍ਰਣ ਕੀਤਾ ਹੈ। ਪੂਰ ਹੈ ਸ਼੍ਰੀ ਜਗਦੀ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਉਹ ਮੇਰੀ ਗਰੀਬਣੀ ਦਾ ਦਿਨ ਚੜ੍ਹਦੇ ਪੂਰਾ ਕਰ ਦਈਏ। ਸਰਬ ਰਾਨ ਬਿਨ ਸਾਨ ਕੇ, ਸਾਰੀ ਰਾਤ ਹੀ ਬੇਨਤੀਆਂ ਦੇ ਸਹਿਤ ਹੋ ਕੇ ਤੇ ਬਿਨਾ ਸੁੱਤਿਆਂ ਤੋਂ ਕਹਿਤ ਸੋ ਜਸ ਕੇ ਬੈਨ, ਭੈਣ ਨਾਨਕੀ ਜੀ ਹੱਥ ਜੋੜੇ ਹੋਏ ਐ, ਸਾਰੀ ਰਾਤ ਹੀ ਸੁੱਤੇ ਨਹੀਂ ਐ ਤੇ ਜਿਹੜੇ ਆ ਨਾ ਸ੍ਰੇਸ਼ਟ ਜਸ ਦੇ ਬਚਨ ਰਾਤ ਸਾਰੀ ਕਈ ਗਏ ਸਿਫਤ ਮਹਾਰਾਜ ਦੀ ਕਰੀ ਗਏ ਭੈਣ ਜੀ। ਰਾਤ ਅਰਾਧਤ ਪ੍ਰੀਤ ਕਰ, ਆਪਣੇ ਭਰਾ ਗੁਰੂ ਨਾਨਕ ਸਾਹਿਬ ਜੀ ਨੂੰ ਅਰਾਧ ਦੇ ਬੜਾ ਪ੍ਰੇਮ ਕਰਕੇ
ਹਿਰਦੈ ਚਿਤਵ ਗੁਣ ਐਨ ਹਿਰਦੇ ਵਿੱਚ ਸੋਚਦੇ ਵਿਚਾਰਦੇ ਚਿਤਵਦੇ ਹੈ ਜੋ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ। ਅਸ ਪ੍ਰਕਾਰ ਪੀ ਪੁਰ ਵਿਖੈ ਇਸ ਤਰ੍ਹਾਂ ਦੀ ਸੁਲਤਾਨਪੁਰ ਦੇ ਵਿੱਚ ਮਹਿਮਾ ਗੁਰੂ ਮਹਾਰਾਜ ਦੀ ਫੈਲੀ, ਇਸ ਤਰ੍ਹਾਂ ਦੀ ਜਿਹੜੀ ਕਥਾ ਵਾਰਤਾ ਹੋਈ ਭਾਈ। ਸੁਨਹੁ ਬਹੁਰ ਗੁਰ ਗਾਥ ਇਸ ਕਰਕੇ ਗੁਰੂ ਖਾਲਸਾ, ਗੁਰੂ ਪਿਆਰਿਓ, ਗੁਰੂ ਜੀ ਨਾਲ ਪ੍ਰੇਮ ਕਰਨ ਵਾਲਿਓ, ਮੁੜ ਜਿਹੜੀ ਅੱਗੇ ਸਤਿਗੁਰ ਜੀ ਦੀ ਕਥਾ ਹੋਵੇ ਸੁਣੋ ਜੀ। ਕਵ ਸੰਤੋਖ ਸਿੰਘ ਸਿਮਰ ਸਿਮਰ ਨਿਤ ਵਿਸ਼ਰਾਮ ਦੁਆਰਾ ਲਾ। ਕਵ ਸੰਤੋਖ ਸਿੰਘ ਸਿਮਰ ਨਿਤ ਮੈਂ ਭਾਈ ਕਵੀ ਸੰਤੋਖ ਸਿੰਘ ਜੀ ਹਮੇਸ਼ਾ ਹੀ ਸਿਮਰਦਾ ਚੇਤੇ ਕਰਦਾ ਮਹਾਰਾਜ ਜੀ ਨੂੰ। ਬੰਦੋਂ ਧਰ ਪਦ ਮਾਥ ਧਰਤੀ ਉੱਪਰ ਆਪਣਾ ਮੱਥਾ ਰੱਖਦਾ ਹਾਂ, ਗੁਰੂ ਜੀ ਦੇ ਚਰਨਾਂ ਤੇ ਮੱਥਾ ਰੱਖ ਕੇ ਤੇ ਮੱਥਾ ਮੈਂ ਟੇਕਦਾ, ਹਮੇਸ਼ਾ ਗੁਰੂ ਜੀ ਨੂੰ ਭਾਈ ਸਿਮਰਦਾ ਹਾਂ। ਮੈਂ ਕਹਿੰਦਾ ਹਾਂ ਵੀ ਗੁਰੂ ਨਾਲ ਪ੍ਰੇਮ ਕਰਨ ਵਾਲਿਓ, ਗੁਰੂ ਜੀ ਦੇ ਚਰਨਾਂ ਤੇ ਬਾਰ-ਬਾਰ ਮੱਥਾ ਰੱਖ ਕੇ ਮੱਥਾ ਟੇਕੋ, ਗੁਰੂ ਜੀ ਦੇ ਨਾਮ ਨੂੰ ਸਿਮਰੋ, ਯਾਦ ਕਰੋ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਸ ਤਰ੍ਹਾਂ ਸਾਧ ਸੰਗਤ ਜੀ ਪ੍ਰਸੰਗ ਇੱਥੇ ਸਮਾਪਤ ਹੋਇਆ ਹੈ। ਜਿਸ ਤਰ੍ਹਾਂ ਗੁਰੂ ਮਹਾਰਾਜ ਵੇਈ ਨਦੀ ਤੋਂ ਬਾਹਰ ਆਉਣਗੇ, ਮੋਦੀ ਖਾਨੇ ਦਾ ਕੰਮ ਛੱਡਣਗੇ, ਨਿੰਦਕ ਰੌਲਾ ਪਾਉਣਗੇ, ਗੁਰੂ ਜੀ ਦੀ ਮਾਇਆ ਵੱਧ ਨਿਕਲੇਗੀ। ਉਹ ਪ੍ਰਸੰਗ ਆਪਾਂ ਅਗਲੇ ਜ਼ਮਾਨੇ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਵੇਈ ਪ੍ਰਵੇਸ਼ ਪ੍ਰਸੰਗ ਵਰਣਨ ਨਾਮ 28ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ 28ਵਾਂ ਜਿਹੜਾ ਅਧਿਆਏ ਹੈ ਉਹ ਸਮਾਪਤ ਹੋਇਆ ਹੈ। ਜਿਸ 28ਵੇਂ ਅਧਿਆਏ ਵਿੱਚ ਗੁਰੂ ਜੀ ਦਾ ਵੇਈ ਨਦੀ ਵਿੱਚ ਪ੍ਰਵੇਸ਼ ਕਰਨ ਦੀ ਕਥਾ ਆਈ ਹੈ। ਹੁਣ ਇੱਥੇ ਸਮਾਪਤੀ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤ ਕਰੀਏ ਜੀ। ਅਸ ਪ੍ਰਕਾਰ ਪੀ ਪੁਰ ਵਿਖੈ ਸੁਨਹੁ ਬਹੁਰ ਗੁਰ ਗਾਥ ਕਵ ਸੰਤੋਖ ਸਿੰਘ ਸਿਮਰ ਨਿਤ ਬੰਦੋਂ ਧਰ ਪਦ ਮਾਥ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਵੇਈ ਪ੍ਰਵੇਸ਼ ਪ੍ਰਸੰਗ ਵਰਣਨ ਨਾਮ 28ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।